ਰਾਮਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ। ਕਿਨਹੀ ਕੀਆ ਪ੍ਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਬਿਸਥਾਰਾ, ਕਿਨਹੀ ਨਿਵਲ ਭਯੰਗਮ ਸਾਧੇ, ਮੋਹਿ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ, ਆਨ ਨਾ ਜਾਨਾ ਵੇਸਾ ਰਹਾਓ। ਕਿਨਹੀ ਗ੍ਰਹ ਤਜ ਵਣਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਕੋਈ ਕਹਿਤੋ ਅਨਨ ਭਗਉਤੀ, ਮੋਹਿ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅੰਤ ਧਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲਹਿ ਵਡਿਆਈ, ਕਿਨਹੀ ਕਹਿਆ ਬਾਹ ਬਹੁ ਭਾਈ, ਕੋਈ ਕਹੈ ਮੈਂ ਧਨੈ ਪਸਾਰਾ, ਮੋਹਿ ਦੀਨ ਹਰ ਹਰ ਆਧਾਰਾ। ਕਿਨਹੀ ਘੂੰਗਰ ਨਿਰਤ ਕਰਾਈ, ਕਿਨਹੂ ਵਰਤ ਨੇ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ 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 ਧਿਆਇਆ। ਕਿਨਹੀ ਸਿਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਨਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹਿ ਦੀਨ ਹਰ 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 ਸੇਵਾ। ਕੋਈ ਚਤੁਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੁਕਰਣੀ, ਮੋਹਿ ਦੀਨ ਹਰ 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 ਸ਼ਰਣੀ। ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਮੈ ਇਹ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ। ਇਸ ਗੁਰਵਾਕ ਅੰਦਰ ਜੋਗੀਆਂ, ਸੰਨਿਆਸੀਆਂ, ਗ੍ਰਸਤੀਆਂ, ਸੰਸਾਰੀਆਂ, ਭੇਖੀਆਂ, ਭਗੌਤੀਆਂ, ਪੰਡਤਾਂ ਆਦਿ ਆਨਮਤੀਆਂ ਦੇ ਕਰਮ ਧਰਮ ਸਭ ਪਰਖ ਪੜਤਾਲ ਕੇ ਸੋਧੇ ਪ੍ਰਬੋਧੇ ਗਏ ਹਨ। ਤਿੰਨਾਂ ਸਮੂਹ ਕਰਮ ਕਾਂਡਾਂ ਧਰਮ ਧਾਂਡਾਂ ਵਿੱਚੋਂ ਕੋਈ ਵੀ ਮਨ ਪ੍ਰਬੋਧ ਨਹੀਂ ਸਕਦਾ। ਇੱਕ ਗੁਰਮਤਿ ਨਾਮ ਹੀ ਪ੍ਰਬੋਧਨ ਨੂੰ ਸਮਰੱਥ ਹੈ। ਇਸ ਕਰਕੇ ਗੁਰਮਤਿ ਨਾਮ ਅਭਿਆਸ ਕਮਾਈ ਰੂਪੀ ਕਰਮ ਸਿਰ ਕਰਮਨ ਕੇ ਕਰਮਾ ਹੈ। ਅੱਗੇ ਉੱਪਰਲੇ ਗੁਰਵਾਕ ਦੀ ਵਿਆਖਿਆ ਚੱਲੀ। ਕਿਸੇ ਨੇ ਭਾਵ ਕਈਆਂ ਅਨੇਕਾਂ ਨੇ ਗ੍ਰਸਤ ਵਿੱਚ ਰਹਿ ਕੇ ਹੀ ਮਾਇਆ ਖਟਣੇ ਅਡੰਬਰਾਂ ਦਾ ਬਿੜ ਬਿੜਿਆ, ਇਉਂ ਪਰਵਿਰਤ ਪਸਾਰੇ ਵਿੱਚ ਖਚਤ ਹੋ ਕੇ ਜੀਵਨ ਬਤੀਤ ਕਰਨਾ ਆਰੰਭਿਆ। ਇਸ ਤੋਂ ਉਲਟ ਅਨੇਕਾਂ ਕਰਮ ਕਾਂਡੀਆਂ ਨੇ ਗ੍ਰਹਸਥ ਤੋਂ ਤਿਆਗੀ ਵੈਰਾਗੀ ਉਦਾਸੀ ਹੋ ਕੇ ਪਰਵਿਰਤ ਪਸਾਰੇ ਨੂੰ ਛੱਡ ਕੇ ਨਿਰੇ ਨਿਰਵਿਰਤੀ ਪੱਖ ਦੇ ਪੂਜਾ ਆਦਿਕ ਵਿਸਥਾਰਕ ਕੰਮਾਂ ਵਿੱਚ ਕਰਮੱਗ ਹੋਣ ਦੀ ਰਾਹ ਫੜੀ। ਕਿਸੇ ਨੇ ਅਨੇਕਾਂ ਨੇ ਹਠ ਯੋਗ ਦੇ ਕਸ਼ਟ ਕਰਮ ਨਿਵਲ ਭਯੰਗਮ ਆਦਿ ਸਾਧੇ। ਇਹਨਾਂ ਕਰਮਾਂ ਦੇ ਕਰਨ ਕਰਕੇ ਮਨ ਦਾ ਅਹੰਕਾਰ ਹੀ ਵਧਿਆ। ਗੁਰੂ ਨਾਨਕ ਦੀ ਗਰੀਬੀ ਗਦਾ ਵਾਲੇ ਉਦੇਸ਼ ਕੇਵਲ ਪਰਮਾਤਮਾ ਦੇ ਅਰਾਧਨ ਵਾਲਾ ਦੀਨਤਾ ਭਰਿਆ ਕਰਮ ਕਰਨਾ ਗੁਰਸਿੱਖਾਂ ਨੇ ਹੀ ਅਖਤਿਆਰ ਕੀਤਾ, ਜੋ ਤਤ ਨਿਸਤਾਰੇ ਦਾ ਮੂਜਬ ਅਤੇ ਮੂਜਦ ਹੈ। ਤਿੰਨਾਂ ਨੇ ਇੱਕ ਅਕਾਲ ਦੇ ਭਰੋਸੇ ਦੀ ਹੀ ਟੇਕ ਪਕੜੀ ਅਤੇ ਸੱਚੇ ਅਕਾਲੀ ਧਰਮ ਅਕਾਲੀ ਕਰਮ ਨੂੰ ਹੀ ਆਪਣੇ ਜੀਵਨ ਜਨਮ ਦਾ ਆਧਾਰ ਬਣਾਇਆ। ਆਨ ਭੇਖਾਂ ਦੇ ਵੇਸਾਂ ਆਨਮਤ ਕਰਮਾਂ ਨੂੰ ਸਿਆਣਿਆ ਨਹੀਂ ਰਹਾਓ। ਅਨੇਕਾਂ ਨੇ ਘਰ-ਬਾਰ ਧਨ-ਧਾਮ ਛੱਡ ਕੇ ਘੋਰ ਬਨਖੰਡੀ ਜੰਗਲਾਂ ਵਿੱਚ ਹੀ ਜਾ ਵਾਸਾ ਪਾਇਆ। ਅਨੇਕਾਂ ਨੇ ਮੋਨਧਾਰੀ ਅਖਾਉਣ ਵਿੱਚ, ਅਨੇਕਾਂ ਨੇ ਅਵਧੂਤ ਸੰਸਾਰ ਤੋਂ ਉਪਰਾਉਣ ਸਦਾਉਣ ਵਿੱਚ ਹੀ ਵਡਿਆਈ ਸਮਝੀ। ਅਨੇਕਾਂ ਹੋਰ ਸਭ ਕੁਝ ਛੱਡ ਕੇ ਨਿਰੋਲ ਇੱਕ ਰੱਬ ਦੇ ਭਗਤ ਬਣਨ ਦਾ ਹੀ ਦਾਅਵਾ ਕੀਤਾ। ਪਰ ਗੁਰੂ ਘਰ ਦੇ ਗੁਰਮੁਖਾਂ ਨੇ ਬੜੀ ਦੀਨਤਾ ਗਰੀਬੀ ਸਹਿਤ ਵਾਹਿਗੁਰੂ ਭਗਤੀ ਵਾਲੇ ਗੁਰਮਤਿ ਮਾਰਗ ਤੇ ਚੱਲਣ ਵਾਲੀ ਨਿਮਰਤਾ ਭਰੀ ਰੀਤ ਧਾਰਨ ਕੀਤੀ। ਅਨੇਕਾਂ ਨੂੰ ਤੀਰਥਵਾਸੀ ਹੋਣ ਦਾ ਅਹੰਕਾਰ ਭਰਿਆ ਅੰਧਕਰਮੀ ਮੇਨੀਆਂ ਚਿਮੜ ਗਿਆ। ਅਨੇਕਾਂ ਨੇ ਅੰਨ ਤਜ ਕੇ ਫੋਕਟ ਉਦਾਸ ਵਰਤ ਧਾਰਨ ਦੀ ਬਿਆਦ ਚਮੇੜ ਲਈ। ਕਈਆਂ ਅਨੇਕਾਂ ਨੂੰ ਸਾਰੀ ਧਰਤੀ ਤੇ ਭੌਂਦੇ ਫਿਰਨ ਦਾ ਸੁਦਾ ਲੱਗ ਗਿਆ। ਉਹ ਇਸੇ ਸੁਦਾ ਨੂੰ ਖੁਦਾ ਦੀ ਪਹੁੰਚ ਦਾ ਜ਼ਰੀਆ ਸਮਝਣ ਲੱਗ ਪਏ, ਆਪ ਦੀ ਕੁਸਮਝ ਕਰਕੇ। ਗੁਰੂ ਨਾਨਕ ਦੇ ਘਰ ਦੇ ਦੀਨਤਾ ਭਰੇ ਭਗਤ ਗੁਰਮੁਖ ਜਨ ਕੇਵਲ ਵਾਹਿਗੁਰੂ ਦੇ ਦਰ ਘਰ ਦੇ ਸ਼ਦਾਈ ਬਣੇ ਰਹੇ। ਅਨੇਕਾਂ ਆਦਮੀ ਕੁਲ ਦੀ ਵਡਿਆਈ ਦੇ ਅਫਰੇਮੇ ਵਾਲੇ ਕੁਲ ਰੀਤੀ ਕਰਮ ਦੇ ਕਰਨ ਦੀ ਸ਼ੇਖੀ ਦੇ ਹੀ ਸ਼ੋਖ ਕਰਮੀ ਹੋ ਗਏ। ਅਨੇਕਾਂ ਬਹੁਤੇ ਭਾਈਆਂ ਵਾਲੇ ਬਹੁਤੀਆਂ ਬਾਹਾਂ ਬਾਹੀਆਂ ਬਹੁਤ ਹਮਾਇਤੀਆਂ ਵਾਲੇ ਹੋਣ ਦੀਆਂ ਹੀ ਡੀਂਗਾਂ ਮਾਰਦੇ ਹਨ। ਅਨੇਕਾਂ ਨੇ ਮਾਇਆ ਧਾਰੀ ਧਨੈ ਪਸਾਰੀ ਹੋਣ ਦੀ ਹੈਂਕੜ ਧਾਰੀ। ਪਰੰਤੂ ਗੁਰੂ ਘਰ ਦੇ ਗਰੀਬ ਬਿਰਤੀ ਵਾਲੇ ਗੁਰਮੁਖਾਂ ਨੂੰ ਕੇਵਲ ਨਾਮ ਦੇ ਆਧਾਰ ਦਾ ਹੀ ਸੱਚਾ ਆਸਰਾ ਹੈ। ਅਨੇਕਾਂ ਨਾਚਿਆਂ ਦੀਆਂ ਮੰਡਲੀਆਂ ਨੇ ਪੈਰਾਂ ਤੇ ਲੱਕ ਵਿੱਚ ਘੁੰਗਰੂ ਬੰਨ੍ਹ ਕੇ ਨੱਚਣ ਨਿਰਤਕਾਰੀ ਦੇ ਕੁਕਰਮ ਨੂੰ ਹੀ ਸ਼ੁਭ ਕਰਮ ਸਮਝ ਛੱਡਿਆ। ਅਨੇਕਾਂ ਪਖੰਡ ਮਤ ਅਵਲੰਬੀਆਂ ਨੇ ਦਿਖਾਵੇ ਦੇ ਵਰਤ ਰੱਖਣ ਅਤੇ ਲੋਕ ਪਰਚਾਵੇ ਦੇ ਨੇਮ ਕਰਮ ਕਰਨ ਅਤੇ ਲੋਕ ਰਿਝਾਵੇ ਲਈ ਗਲ ਵਿੱਚ ਮਾਲਾ ਪਾਈ ਅਤੇ ਹੱਥਾਂ ਤੇ ਵੀ ਮਾਲਾ ਦੇ ਮਣਕਿਆਂ ਦੇ ਗਾਨੇ ਬੰਨੇ। ਕਈਆਂ ਨੇ ਮਹਿਜ਼ ਮੱਥੇ ਤੇ ਗੋਪੀ ਚੰਦਨ ਦੇ ਤਿਲਕ ਵਾਲੇ ਟਿੱਕੇ ਲਾਉਣ ਨੂੰ ਹੀ ਪਰਮ ਧਰਮ ਅਤੇ ਉੱਚਾ ਕਰਮ ਜਾਣਿਆ।
ਇਹ ਕੇਵਲ ਗੁਰੂ ਘਰ ਦੇ ਸਿੱਖ ਹੀ ਹਨ ਜਿਨ੍ਹਾਂ ਗੁਰਮਤਿ ਨਾਮ ਧਿਆਉਣ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਕੇ ਪਹਿਚਾਨਿਆ ਸਨਮਾਨਿਆ ਹੈ ਵੀ ਇਹੀ ਠੀਕ ਜਾਣਨੀ ਪਹਿਚਾਨਣੀ ਇੱਕੋ ਉੱਚੇ ਸੁੱਚੇ ਕਰਮ ਸੁਕਰਮ ਦੀ। ਕਈਆਂ ਕਰਮਾਤੀ ਸਿੱਧੀਆਂ ਦੇ ਕਰਮ ਕਰਨ ਹਾਰਿਆਂ ਨੇ ਸਿੱਧ ਬਣ ਕੇ ਨਾਟਕ ਚੇਟਕ ਟੂਣੇ ਕਰ ਆਮ ਅਮੂਲ ਲੋਕਾਂ ਨੂੰ ਪਰਚਾਇਆ ਭਰਮਾਇਆ। ਕਈਆਂ ਨੇ ਭੇਖੀ ਠਾਠ ਵਾਲੇ ਅਨੇਕਾਂ ਥਾਨ ਡੇਰੇ ਰਚ ਕੇ ਮਲੇ। ਕਈਆਂ ਨੇ ਅਨੇਕ ਮੰਤਰ ਤੰਤਰੀ ਪਖੰਡ ਚਲਾ ਕੇ ਗੁਜ਼ਾਰੇ ਨਿਰਬਾਹ ਕੀਤੇ। ਪਰੰਤੂ ਗੁਰੂ ਘਰ ਦੇ ਵਿਰਲੀਸ਼ਰ ਗੁਰਮੁਖ ਜਨਾਂ ਨੇ ਕੇਵਲ ਗੁਰਮਤਿ ਦੀ ਸੱਚੀ ਘਾਲ ਕਮਾਈ ਰੂਪੀ ਸੇਵਾ ਨੂੰ ਹੀ ਆਪ ਦਾ ਆਹਾਰ ਬਣਾਇਆ। ਅਨੇਕਾਂ ਨੂੰ ਚਤਰ ਪੰਡਿਤ ਕਹਾਉਣ ਦੀ ਹੀ ਚੇਟਕ ਲੱਗ ਗਈ। ਅਨੇਕਾਂ ਪਖੰਡ ਕਰਮੀ ਖੰਡਨ ਮੰਡਨੀ ਪੂਜਾ ਸਹਿਤ ਖਟ ਕਰਮ ਦੇ ਕਰਨਹਾਰੇ ਸਦਾਏ। ਅਨੇਕਾਂ ਨੂੰ ਉੱਘੇ ਆਚਾਰ ਵਿਵਹਾਰੀ ਕਰਤੂਤ ਕਰਨੀਆਂ ਦੇ ਕੁਚਸਕੇ ਲੱਗ ਗਏ। ਇੱਕ ਗੁਰੂ ਨਾਨਕ ਦੇ ਘਰ ਦੇ ਗੁਰਮੁਖ ਦੇਵਤਿਆਂ ਨੂੰ ਵਾਹਿਗੁਰੂ ਅਤੇ ਵਾਹਿਗੁਰੂ ਨਾਮ ਦੀ ਸ਼ਰਨੀ ਪਰੇ ਰਹਿਣ ਦਾ ਸੱਚੜਾ ਇਸ਼ਕ ਪ੍ਰੇਮ ਪਰਬਲ ਹੋ ਕੇ ਪ੍ਰਗਾਸਿਆ ਰਿਹਾ। ਉਹ ਸਦ ਸਦਾ ਪ੍ਰੀਤਮ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਲਿਵਲੀਨ ਹੋ ਕੇ ਅਡੋਲ ਜੁੱਟੇ ਰਹੇ। ਨਹੀਂ ਤਾਂ ਹੋਰ ਕਰਮ ਕਰੰਦੜੀਏ ਪਾਜ ਕਰਮੀ ਲੋਕ ਸਭ ਡੋਲ ਗਏ। ਤ੍ਰੈਕਾਲਦਰਸੀ ਗੁਰੂ ਨਾਨਕ ਅੰਤਰਯਾਮੀ ਨੇ ਚਾਰੇ ਜੁਗਾਂ ਦੇ ਸਾਰੇ ਕਰਮ ਧਰਮ ਸੋਧ ਕੇ ਪੜਤਾਲ ਲਏ, ਪਰਖ ਲਏ। ਸਿੱਟਾ ਇਹ ਕੱਢਿਆ ਕਿ ਨਾਮ ਬਿਨਾ ਇਹ ਕਠੋਰ ਮਨੂਆ ਨਹੀਂ ਪ੍ਰਬੋਧਿਆ ਜਾ ਸਕਦਾ। ਗੁਰੂ ਨਾਨਕ ਦੇ ਘਰ ਦੀ ਸਾਧ ਸੰਗਤ ਵਿੱਚ ਜੁੜ ਕੇ ਮਨ ਦੀਆਂ ਸਭ ਤ੍ਰਿਸ਼ਨਾਵਾਂ ਅਤੇ ਭਟਕਣੀਆਂ ਦੂਰ ਹੁੰਦੀਆਂ ਹਨ। ਗੁਰਮਤਿ ਅੰਮ੍ਰਿਤ ਭਿੰਨੀ ਸੀਤਲਤਾ ਵਾਲਾ ਅਮਿਓ ਰਸਾਇਣੀ ਪਾਰਸ ਨਾਮ ਜਪ ਕੇ ਹੀ ਮਨ ਸੀਤਲ ਸ਼ਾਂਤ ਹੁੰਦਾ ਹੈ। ਨਾਲੇ ਸਾਰੀਆਂ ਡੰਜਾਂ ਮਿਟ ਜਾਂਦੀਆਂ ਹਨ। ਮਾਇਆ ਮੋਹ ਨਾਲ ਮਨੂਰ ਹੋਇਆ ਮਨ ਨੂਰੋ ਨੂਰ ਹੋ ਜਾਂਦਾ ਹੈ ਅਤੇ ਤ੍ਰਿਸ਼ਨਾ ਅਗਨੀ ਨਾਲ ਦਗਧ ਹੋਇਆ ਹਿਰਦਾ ਠੰਡਾ ਠਾਰ ਬਰਫੋਂ ਵੱਧ ਸੀਤਲ ਹੋ ਜਾਂਦਾ ਹੈ। ਦੇਖੋ ਕੈਸੀ ਸ੍ਰੇਸ਼ਟਾਈ ਸ਼੍ਰੋਮਣਤਾਈ ਅਸਚਰਜਤਾਈ ਦਰਸਾਈ ਗਈ ਹੈ ਗੁਰਮਤਿ ਨਾਮ ਅਭਿਆਸ ਸ਼੍ਰੋਮਣੀ ਕਰਮ ਦੀ। ਅਗਲੇ ਗੁਰਵਾਕ ਅੰਦਰ ਸੰਸਾਰ ਭਰ ਦੇ ਭਿੰਨ ਭਿੰਨ ਅਤੇ ਭਾਂਤ ਭਾਂਤ ਦੇ ਕੰਮਾਂ ਵਿਹਾਰਾਂ ਚਸਕ ਕੁਚਸਕੀ ਆਚਾਰਾਂ ਮਨ ਮੰਨੀਆਂ ਪੂਜਾ ਤੇ ਪਾਠਾਂ ਵਿੱਚ ਖਚਤ ਹੋਏ ਪ੍ਰਾਣੀਆਂ ਦਾ ਨਕਸ਼ਾ ਖਿੱਚ ਕੇ ਭਾਉ ਭਗਤੀ ਵਿੱਚ ਲੱਗੇ ਹੋਏ ਸਿੱਖ ਸੇਵਕਾਂ ਸੰਤਾਂ ਭਗਤਾਂ ਦੀ ਸਿਫਤ ਸਲਾਹੀ ਕਰਮਾਂ ਦੀ ਫਜ਼ੀਲਤ ਦੱਸਦੇ ਹੋਏ ਇਹ ਗੱਲ ਨਿਰੂਪਣ ਕੀਤੀ ਗਈ ਹੈ ਕਿ ਸਿਫਤ ਸਲਾਹੀ ਸੱਚੇ ਕਰਮ ਨਾਮ ਅਭਿਆਸ ਕਮਾਈ ਦੇ ਤੁਲ ਹੋਰ ਕੋਈ ਵੀ ਕੰਮ ਕਾਜ ਨਹੀਂ। ਸਭ ਹੋਛੇ ਪਰਪੰਚ ਦੇ ਕੰਮ ਘੜਮ ਹਨ। ਯਥਾ ਰਾਮ ਕਲੀ ਮਹੱਲਾ ਪੰਜਵਾਂ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਅਧਾਰਾ। ਰਚਨਾ ਸਾਚ ਬਨੀ ਸਭ ਕਾ ਏਕ ਧਨੀ ਰਹਾਓ। ਕਾਹੂ ਬਿਹਾਵੈ ਬੇਦਰ ਬਾਦ, ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ। ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੁਆ, ਕਾਹੂ ਬਿਹਾਵੈ ਪਰ ਦਰਬ ਚੁਰਾਏ, ਹਰ ਜਨ ਬਿਹਾਵੈ ਨਾਮ ਧਿਆਏ। ਕਾਹੂ ਬਿਹਾਵੈ ਜੋਗ ਤਪ ਪੂਜਾ, ਕਾਹੂ ਰੋਗ ਸੋਗ ਭਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵੈ ਕੀਰਤਨ ਗਾਏ। ਕਾਹੂ ਬਿਹਾਵੈ ਦਿਨ ਰੈਨ ਚਾਲਤ, ਕਾਹੂ ਬਿਹਾਵੈ ਸੋ ਪਿੜ ਮਾਲਤ, ਕਾਹੂ ਬਿਹਾਵੈ ਬਾਲ ਪੜਾਵਤ, ਸੰਤ ਬਿਹਾਵੈ ਹਰ ਜਸ ਗਾਵਤ। ਕਾਹੂ ਬਿਹਾਵੈ ਨਟ ਨਾਟਿਕ ਨਿਰਤੇ, ਕਾਹੂ ਬਿਹਾਵੈ ਜਿਆਏ ਹਿਰਤੇ, ਕਾਹੂ ਬਿਹਾਵੈ ਰਾਜ ਮੈਂ ਡਰਤੇ, ਸੰਤ ਬਿਹਾਵੈ ਹਰ ਜਸ ਕਰਤੇ। ਕਾਹੂ ਬਿਹਾਵੈ ਮਤਾ ਮਸੂਰਤ, ਕਾਹੂ ਬਿਹਾਵੈ ਸੇਵਾ ਜ਼ਰੂਰਤ, ਕਾਹੂ ਬਿਹਾਵੈ ਸੋਧਤ ਜੀਵਤ, ਸੰਤ ਬਿਹਾਵੈ ਹਰ ਰਸ ਪੀਵਤ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਕੈ ਬਲ ਬਲ ਜਾਉ। ਵਿਆਖਿਆ। ਬਹੁਤਿਆਂ ਦੀ ਸਾਰੀ ਉਮਰ ਦ੍ਰਿਸ਼ਟਮਾਨ ਮਾਇਆ ਦੇ ਰੰਗਾਂ ਰਸਾਂ ਰੂਪਾਂ ਦੇ ਮਾਨਣ ਵਿੱਚ ਹੀ ਵਿਹਾ ਜਾਂਦੀ ਹੈ। ਉਹਨਾਂ ਦੀਆਂ ਅੱਖੀਆਂ ਦੁਨੀਆ ਦੇ ਰੰਗ ਤਮਾਸ਼ੇ ਦੇਖਣ ਵਿੱਚ ਹੀ ਦੱਜੀਆਂ ਰੁੱਝੀਆਂ ਰਹਿੰਦੀਆਂ ਹਨ। ਨਿਤ ਨਿਤ ਭੈੜੇ ਅਵੈੜੇ ਰੰਗ ਕੁਰੰਗੀ ਤਮਾਸ਼ਿਆਂ ਦੇ ਅਖਾੜੇ ਦੇਖਦੇ ਹਨ। ਸਾਰੀ ਉਮਰ ਦੇਖ ਦੇਖ ਹੰਢੀ ਜਾਂਦੇ ਹਨ।
ਪਰ ਇਹਨਾਂ ਕੁੜਾਵੇ ਕੱਚ ਰੰਗਾਂ ਦੇ ਦੇਖਣ ਦਾ ਭੁੱਸ ਉਹਨਾਂ ਦਾ ਮਿਟਦਾ ਨਹੀਂ। ਇਸੇ ਤਰ੍ਹਾਂ ਤਿੰਨਾਂ ਦੀਆਂ ਜੀਭਾਂ ਹੋਛੇ ਰਸਾਂ ਕਸਾਂ ਦੇ ਸਵਾਦ ਵਿੱਚ ਗਿੱਝੀਆਂ ਰਹਿੰਦੀਆਂ ਹਨ। ਉਹਨਾਂ ਨੂੰ ਸਾਰੀ ਉਮਰ ਖਾਣ ਪੀਣ ਦੇ ਸਵਾਦ ਖੜਮੱਸਾਂ ਵਿੱਚ ਹੀ ਖਚਤ ਰੱਖਦੀਆਂ ਹਨ। ਹੋਛੇ ਰਸਾਂ ਕਸਾਂ ਸਵਾਦਾਂ ਵਿੱਚ ਖਚਤ ਹੋਏ ਤਿੰਨਾਂ ਦੇ ਵਿਸ਼ੇ ਵਿਕਾਰ ਗ੍ਰਸਤ ਮਨ ਤਿੰਨਾਂ ਨੂੰ ਇਹਨਾਂ ਵਿੱਚ ਉਪਰੇ ਰਸਾਂ ਸਵਾਦਾਂ ਤੋਂ ਉੱਪਰ ਉਭਰਨ ਹੀ ਨਹੀਂ ਦਿੰਦੇ ਅਤੇ ਸੱਚੇ ਰਸ ਸਵਾਦ ਵੱਲ ਆਉਣ ਹੀ ਨਹੀਂ ਦਿੰਦੇ। ਨਿੱਤਾ ਪ੍ਰਤੀ ਇਹਨਾਂ ਵਿਖੇ ਰਸਾਂ ਰੰਗਾਂ ਵਿੱਚ ਖੁਆਰ ਹੁੰਦੇ ਹਨ, ਪਰ ਹਟਦੇ ਨਹੀਂ। ਹਟਣ ਕਿਵੇਂ? ਉਹਨਾਂ ਉੱਤੇ ਖੋਟੀ ਆਦਤ ਵਾਲਾ ਰਸ ਕੁਚਸਕਾ ਪ੍ਰਬਲ ਜੋ ਪਿਆ ਹੁੰਦਾ ਹੈ, ਜੋ ਉਹਨਾਂ ਦੀ ਸੁਰਤ ਨੂੰ ਪਲਟਾ ਖਾਣ ਹੀ ਨਹੀਂ ਦਿੰਦਾ। ਇਵੇਂ ਜਿਵੇਂ ਕਿਤਨੇ ਹੀ ਅਣਗਿਣਤ ਐਸੇ ਨਰ ਨਾਰੀ ਵੀ ਹਨ ਜੋ ਹੱਡ ਚੰਮ ਮਾਸ ਦੇ ਪੁਤਲੇ ਉੱਪਰਲਾ ਸੂਹਾ ਚਟਵਟੇ ਗੋਰੇ ਰੰਗ ਵਾਲਾ ਜਿਸਮਾਨੀ ਰੂਪ ਦੇਖ ਦੇਖ ਹੀ ਮੋਹਤ ਹੋਏ ਫਿਰਦੇ ਹਨ। ਨਰ ਤਾਂ ਨਾਰੀਆਂ ਦੇ ਰੂਪ ਉੱਤੇ ਖਰਮਸਤ ਹਨ ਅਤੇ ਨਾਰੀਆਂ ਨਰਾਂ ਦੇ ਰੂਪ ਉੱਤੇ ਮੁਗਧ ਹਨ। ਸਾਰੀ ਉਮਰ ਤਿੰਨਾਂ ਦੀ ਇਸ ਹੋਛੀ ਰੂਪ ਧੋਖੇ ਦੀ ਇਸ਼ਕਬਾਜ਼ੀ ਵਿੱਚ ਹੀ ਲੰਘ ਜਾਂਦੀ ਹੈ। ਸਾਰੀ ਦੁਨੀਆ ਇਸ ਰੂਪ ਦੇ ਸੌਖੇ ਧੋਖੇ ਠਗੋਚੇ ਵਿੱਚ ਭਰਮ ਭੁਲਾਈ ਠਗਾਈ ਰਹਿੰਦੀ ਹੈ। ਕੁੜਾਵੇ 4 ਦਿਨਾਂ ਦੀ ਰੂਪ ਮੋਹ ਠਗੌਰੀ ਪਾ ਕੇ ਝੂਠੀ ਮੋਹਣੀ ਮੁਹਿੰਦੇ ਅਤੇ ਕੋਹਣੀ ਕੁਹਿੰਦੇ ਰਹਿੰਦੇ ਹਨ। ਇਹ ਜੋਬਨ ਰੂਪ ਕੁੜਾਵਾ ਚੰਦ ਦਿਨਾਂ ਦਾ ਹੀ ਰਹਿੰਦਾ ਹੈ। ਵਿਸ਼ੇ ਵਿਕਾਰਾਂ ਵਿੱਚ ਹੰਡਾਇਆ ਜਾਣ ਕਰਕੇ ਛੇਤੀ ਹੀ ਢਲ ਜਾਂਦਾ ਹੈ। ਫਿਰ ਤਿੰਨਾਂ ਵੱਲ ਕੋਈ ਥੁੱਕਦਾ ਵੀ ਨਹੀਂ। ਰੂਪ ਦੀ ਠੱਗਬਾਜ਼ੀ ਵਾਲੀ ਭਰਮ ਭੁਲਾਣੀ ਖੇਡ ਆਪਣੀ ਅੱਖੀਂ ਦੇਖ ਕੇ ਵੀ ਭੁੱਲੜ ਨਰ ਨਾਰੀ ਨਿਤ ਨਵੇਂ ਦਿਨ ਇਸ ਕਸੁੰਭ ਰੰਗਲੇ ਰੂਪ ਦਾ ਸ਼ਿਕਾਰ ਹੁੰਦੇ ਹਨ। ਥੋੜੇ ਦਿਨਾਂ ਅਤੇ ਛੋਛੇ ਮੁੱਲ ਵਾਲੇ ਇਸ ਰੂਪ ਕਸੁੰਭੜੇ ਦੀ ਹੇਰਾ ਫੇਰੀ ਦੇਖ ਕੇ ਵੀ ਭਰਮ ਭੁੱਲੀ ਦੁਨੀਆ ਨੂੰ ਇਬਰਤ ਨਹੀਂ ਆਉਂਦੀ। ਸਭ ਉਸ ਵਹਿਣ ਵਿੱਚ ਹੀ ਰੁੜੀ ਚਲੀ ਜਾਂਦੀ ਹੈ ਅਤੇ ਰਸਾਤਲੀ ਖਾਤੇ ਵਿੱਚ ਜਾ ਡਿੱਗਦੀ ਹੈ। ਇਸ ਉੱਪਰਲੀ ਰੂਪ ਸੁੰਦਰਤਾ ਦੀ ਇਸ਼ਕਬਾਜ਼ੀ ਤੋਂ ਬਚੇ ਖੁਚੇ ਬਹੁਤ ਸਾਰੇ ਅਜਿਹੇ ਪ੍ਰਾਣੀ ਵੀ ਹਨ ਜੋ ਨਿਜ ਕੁਟੰਬ ਪਰਿਵਾਰ ਦੀ ਮੋਹ ਮਮਤਾ ਵਿੱਚ ਐਸੇ ਖਚਤ ਹੋ ਜਾਂਦੇ ਹਨ ਕਿ ਤਿੰਨਾਂ ਦੀ ਨਿਸਬਾਸਰ ਮਾਏ ਬਾਪ ਪੂਤ ਭਾਈ ਭੈਣ ਇਸਤਰੀ ਭਰਤੇ ਦੇ ਮੋਹ ਵਿੱਚ ਮਤਿਆਂ ਮਗਨਤਿਆਂ ਹੀ ਵਿਹਾਉਂਦੀ ਹੈ। ਇਹ ਮੋਹ ਮਮਤਾ ਤਿੰਨਾਂ ਨੂੰ ਮੁੜ-ਮੁੜ ਜੂਨੀਆਂ ਵਿੱਚ ਲਿਆਉਂਦੀ ਹੈ। ਇਸ ਮਿੱਠੜੀ ਮੋਹ ਮਮਤਾ ਵਿੱਚ ਮਗਰੂਰੇ ਹੋਏ ਉਹ ਕਿਸੇ ਨੂੰ ਨਜ਼ਰ ਤੱਲੇ ਨਹੀਂ ਲਿਆਉਂਦੇ। ਕੇਤੜਿਆਂ ਦੀ ਅਵਰਦਾ ਰਾਜ ਸਾਜ ਦੇ ਅਹੰਕਾਰ ਵਿੱਚ ਹੰਢਦਿਆਂ ਹੀ ਵਿਹਾ ਜਾਂਦੀ ਹੈ। ਕੇਤੜਿਆਂ ਦੀ ਮਿਲਖ ਧਨ ਮਾਲ ਦੇ ਮਦ ਵਿੱਚ ਬਦਮਸਤ ਹੋਇਆਂ ਹੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਅਨੇਕਾਂ ਮਾਇਆ ਦੇ ਵਪਾਰੀ ਲੋਕ ਮਾਇਆ ਦੇ ਵਪਾਰ ਵਿੱਚ ਹੀ ਸਾਰੀ ਉਮਰ ਖੱਜਲ ਖੁਆਰ ਹੋਏ ਰਹਿੰਦੇ ਹਨ। ਖੱਜਲ ਖੁਆਰ ਹੁੰਦੇ ਹੋਏ ਵੀ ਫਿਰ ਇਸੇ ਖੱਜਲ ਖੁਆਰੀ ਵਪਾਰ ਵਿੱਚ ਹੀ ਲੱਗੇ ਰਹਿੰਦੇ ਹਨ। ਤਿੰਨਾਂ ਦੀ ਸਾਰੀ ਉਮਰ ਹੀ ਇਸੇ ਮਾਇਕ ਵਪਾਰੀ ਖੱਜਲ ਖੁਆਰੀ ਵਿੱਚ ਹੀ ਵਿਹਾ ਜਾਂਦੀ ਹੈ। ਇਹ ਕੇਵਲ ਗੁਰੂ ਘਰ ਦੇ ਗੁਰਮੁਖ ਸੰਤ ਭਗਤ ਹੀ ਹਨ ਜਿਨ੍ਹਾਂ ਦਾ ਮਨੁੱਖ ਜੀਵਨ ਜਨਮ ਸਾਰਾ ਨਾਮ ਦੇ ਆਧਾਰ ਨਾਮ ਦੇ ਵਪਾਰ ਵਿੱਚ ਹੀ ਸੁਲੇਖੇ ਲੱਗਦਾ ਹੈ। ਇਹੀ ਸੁਭਾਗ ਜੀਵਨ ਜਨਮ ਧਾਰਿਆ ਜਿਉਣੀਆਂ ਜਿਉਣ ਯੋਗ ਤੇ ਸੁਲੱਖਣਾ ਜੀਵਨ ਹੈ। ਇਸੇ ਨਾਮ ਆਧਾਰ ਨਾਮ ਵਪਾਰ ਦੇ ਆਹਰ ਵਿੱਚ ਸਦਾ ਬਤੀਤਿਆ ਜਨਮ ਹੀ ਸਕਾਰਥਾ ਜਨਮ ਹੈ। ਹੋਰ ਟੰਟਿਆਂ ਅਸਟੰਡਾਂ ਅਡੰਬਰਾਂ ਵਿੱਚ ਬੀਤਿਆ ਜਨਮ ਅਕਾਰਥ ਨਿਰਾਰਥ ਜਨਮ ਹੀ ਹੈ। ਪਰ ਸੱਚੇ ਸਿਰਜਣਹਾਰ ਦੀ ਸੱਚੀ ਰਚਨਾ ਵੀ ਅਚਰਜ ਹੈ। ਸਾਰੀ ਸਿਰਜੀ ਰਚਨਾ ਸ੍ਰਿਸ਼ਟੀ ਦੇ ਚਰਾਚਰ ਜੀਵਾਂ ਦਾ ਰਾਜ਼ਕ ਪਾਲਕ ਅਤੇ ਮਾਲਕ ਸੱਚਾ ਪਰਵਦਗਾਰ ਸਿਰਜਣਹਾਰ ਪਰਵਦਗਾਰ ਇੱਕੋ ਕਰਤਾਰ ਹੀ ਹੈ। ਉਹ ਅਕਿਰਤ ਘਣਾ ਨੂੰ ਵੀ ਪਾਲਦਾ ਹੈ। ਨਾਮ ਤੋਂ ਮੁਨਕਰਾਂ ਨੂੰ ਵੀ ਰਿਜ਼ਕ ਦਿੰਦਾ ਹੈ। ਨਾਮ ਤੋਂ ਛੁੱਟਣਾ ਗਮਰੁੱਠੜਾ ਨੂੰ ਨਾਨਾ ਪ੍ਰਕਾਰੀ ਮਾਇਆ ਬਿਕਾਰੀ ਕੁਕਰਮਾਂ ਦੇ ਗੇੜਾਂ ਵਿੱਚ ਜੋ ਘੁਮਾਉਂਦਾ ਹੈ, ਸੋ ਤਿਨਾਂ ਦੇ ਕੁਕਰਮਾਂ ਦੀ ਹੀ ਸਜ਼ਾ ਭੁਗਤਾਉਂਦਾ ਹੈ। ਸਾਰੀ ਸ੍ਰਿਸ਼ਟੀ ਆਪੇ ਹੀ ਆਪੇ ਆਪਣੇ ਧੰਦ-ਬੰਦ ਵਿੱਚ ਥੋੜੋ ਲੱਗ ਰਹੀ ਹੈ, ਲਾਈ ਹੀ ਲੱਗ ਰਹੀ ਹੈ ਤਿਨਾਂ ਦੀ ਕਰਮਗਤੀ ਨੂੰ ਹੀ ਭੁਗਤਾਉਣ ਲਈ। ਰਹਾਓ ਕਿਤਨਿਆਂ ਦੀ ਵੇਦਾਂ ਦੇ ਇਲਮ ਆਦਿ ਅਵਿਦਤਾ ਭਰੀ ਵਿਚਾਰ ਕਰਮਾਰ ਵਿੱਚ ਹੀ ਵਿਹਾਉਂਦੀ ਹੈ। ਕਿਤਨਿਆਂ ਦੀ ਵੇਦ ਵਿਚਾਰ ਦੇ ਬਾਦ ਵਿਵਾਦੀ ਰਗੜੇ ਝਗੜਿਆਂ ਵਿੱਚ ਸਾਰੀ ਉਮਰ ਖੀਨ ਖਚਤਾਰ ਹੋਈ ਐਵੇਂ ਬਿਰਥੀ ਹੀ ਵਿਹਾ ਜਾਂਦੀ ਹੈ। ਕਿਤਨਿਆਂ ਦੀ ਫਿੱਕੇ ਮਾਇਕ ਪਦਾਰਥਾਂ ਦੇ ਜੀਭ ਰਸ ਸਵਾਦਾਂ ਵਿੱਚ ਸਾਰੀ ਉਮਰ ਅਜਾਈਂ ਗੁਜ਼ਰ ਜਾਂਦੀ ਹੈ।
ਅਨੇਕਾਂ ਲੰਪਟਾਂ ਬਾਜ਼ਾਰੀਆਂ ਸ਼ੋਧਿਆਂ ਲੁੱਚਿਆਂ ਦੀ ਸਾਰੀ ਜ਼ਿੰਦਗੀ ਬਾਜ਼ਾਰੀ ਇਸਤਰੀਆਂ ਗਨਕਾ ਕੰਜਰੀਆਂ ਨਾਲ ਹੀ ਬਿਭਚਾਰ ਕੁਕਰਮੀ ਖੇਹ ਖਾਂਦਿਆਂ ਦੀ ਚੌੜ ਹੋ ਜਾਂਦੀ ਹੈ। ਨਰ ਨਾਰੀਆਂ ਨਾਲ ਖੇਹ ਖਾਂਦੇ ਹੰਢਾ ਜਾਂਦੇ ਹਨ ਅਤੇ ਨਾਰੀਆਂ ਨਰਾਂ ਨਾਲ ਵਿਸ਼ੇ ਵਿਕਾਰੀ ਟੱਕਰਾਂ ਮਾਰਦੀਆਂ ਹੀ ਜੋਬਨ ਜਵਾਨੀ ਤੋਂ ਉਤਾਰੂ ਹੋ ਜਾਂਦੀਆਂ ਹਨ, ਬੁੱਢੀਆਂ ਹੋ ਜਾਂਦੀਆਂ ਹਨ, ਪਰ ਉਹਨਾਂ ਦੀ ਵਿਸ਼ੇਮਈ ਹਿਰਸ ਨਹੀਂ ਮਿਟਦੀ। ਨਾ ਹੀ ਮਰਨ ਪਹਿਰੇ ਤੇ ਆਏ ਹੋਏ ਮਨਮੁਖ ਹਿਣਸੀ ਬੁੱਢੜਿਆਂ ਦੀ ਹਿਰਸ ਵਿਸ਼ੇ ਕਾਮਨਾ ਮਿਟਦੀ ਹੈ। ਇਹ ਕੇਵਲ ਗੁਰੂ ਸੰਵਾਰੇ ਗੁਰਮੁਖ ਸੰਤ ਭਗਤ ਗੁਰੂ ਦੇ ਵਰੋਸਾਏ ਸਿੱਖ ਹੀ ਹਨ, ਜਿਨ੍ਹਾਂ ਦੀ ਕੇਵਲ ਵਾਹਿਗੁਰੂ ਨਾਮ ਰੰਗਾਂ ਵਿੱਚ ਰੰਗਿਆਂ ਰਚਿਆਂ ਹੀ ਸਾਰੀ ਆਰਬਲਾ ਤੋੜ ਤਾਈਂ ਵਹਾਉਂਦੀ ਹੈ। ਐਸੇ ਵੀ ਅਣਗਿਣਤ ਅਭਾਗੇ ਲੋਕ ਹਨ, ਜਿਨ੍ਹਾਂ ਦੀ ਸਾਰੀ ਆਯੂ ਜੂਏ ਖੇਲਦਿਆਂ ਹੀ ਬਰਬਾਦ ਹੁੰਦੀ ਹੈ। ਉਹਨਾਂ ਨੂੰ ਜੂਏ ਦਾ ਐਸਾ ਝੱਸ ਪਿਆ ਹੁੰਦਾ ਹੈ ਕਿ ਉਹ ਜੂਏ ਨੂੰ ਛੱਡ ਹੀ ਨਹੀਂ ਸਕਦੇ, ਛਡਾਇਆ ਵੀ ਨਹੀਂ ਛੱਡਦੇ। ਜੂਆ ਖੇਲਣਾ ਵੀ ਇੱਕ ਭਾਰੀ ਵਿਕਾਰੀ ਕੁਕਰਮ ਹੈ। ਜੋ ਸੱਟੇ ਦੇ ਵਪਾਰੀ ਹਨ, ਉਹ ਵੀ ਇੱਕ ਪ੍ਰਕਾਰ ਦੇ ਜੁਆਰੀਏ ਹੀ ਹਨ। ਇਹਨਾਂ ਸੱਟੇਬਾਜ਼ਾਂ ਅਤੇ ਜੁਆਰੀਆਂ ਦਾ ਬੜਾ ਹੀ ਤਰਸਯੋਗ ਜੀਵਨ ਹੈ। ਸਾਰਾ ਜਨਮ ਜੂਏਬਾਜ਼ੀ ਸੱਟੇਬਾਜ਼ੀ ਵਿੱਚ ਬਿਤਾ ਦਿੰਦੇ ਹਨ। ਇੱਥੇ ਇਸ ਲੋਕ ਵਿਖੇ ਵੀ ਖੁਆਰ ਹੁੰਦੇ ਹਨ ਅਤੇ ਅੱਗੇ ਜਾ ਕੇ ਪਰਲੋਕ ਵਿੱਚ ਘੋਰ ਖੁਆਰੀ ਉਹਨਾਂ ਦੇ ਨਸੀਬਾਂ ਲੇਖਾਂ ਵਿੱਚ ਲਿਖੀ ਹੋਈ ਹੁੰਦੀ ਹੈ। 1,84 ਜੂਨੀਆਂ ਦੇ ਜਨਮ ਭੁਗਤ ਕੇ ਮੁੜ ਤਿਨਾਂ ਨੂੰ ਕਦੇ ਫੇਰ ਅਵਸਰ ਮਨੁੱਖਾ ਜਨਮ ਦਾ ਮਿਲਦਾ ਹੈ। ਉਦੋਂ ਵੱਧ ਜੂਏਬਾਜ਼ੀ ਫੇਰ ਕਰਦੇ ਹਨ, ਕਿਉਂਕਿ ਪਹਿਲੇ ਸੰਸਕਾਰ ਉਹਨਾਂ ਦੇ ਜੂਏਬਾਜ਼ੀ ਵਾਲੇ ਨਹੀਂ ਮਿਟੇ ਹੋਏ ਹੁੰਦੇ। ਇਸੇ ਮਨੁੱਖਾ ਜਨਮ ਵਿੱਚ ਹੀ ਉਹਨਾਂ ਦਾ ਸੁਧਾਰ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਕੋਈ ਠਿਕਾਣਾ ਨਹੀਂ। ਉਹ ਗੁਰਸਿੱਖੀ ਦੇ ਮਾਰਗ ਤੇ ਆ ਹੀ ਨਹੀਂ ਸਕਦੇ। ਜੇ ਕਿਤੇ ਭੁੱਲੇ ਭਟਕੇ ਆ ਵੀ ਜਾਣ ਤਾਂ ਚੱਲ ਨਹੀਂ ਸਕਦੇ। ਖੰਡੇ ਦੀ ਧਾਰ ਵਾਲੇ ਤਿੱਖੇ ਗੁਰਸਿੱਖੀ ਦੇ ਮਾਰਗ ਉੱਤੇ ਇਹਨਾਂ ਜੁਆਰੀਆਂ ਦੇ ਬਿਗੜ ਜੀਵਨੀ ਜੀਵਨ ਵਾਕਰ ਹੀ ਬਦਕਾਰੀ ਅਮਲੀਆਂ, ਸ਼ਰਾਬੀਆਂ, ਅਫੀਮੀਆਂ, ਪੋਸਤੀਆਂ, ਭੰਗੀਆਂ, ਬਿਖਈਆਂ, ਸੁਲਫਈਆਂ, ਬਿਖਿਆ ਤਮਾਕੂ ਨਸ਼ਈਆਂ ਦਾ ਅਤਮਤ ਮੰਦਾ ਜੀਵਨ ਹੈ। ਤਿਨਾਂ ਦੀ ਸਾਰੀ ਅਮਲ ਦਹਿਚਾਰਨੀ ਉਮਰ ਅਮਲੀ ਹੋਇਆਂ ਹੀ ਨਿਬੜ ਜਾਂਦੀ ਹੈ, ਪਰ ਕਿਸੇ ਅਮਲੀ ਤੋਂ ਕੋਈ ਵੀ ਅਮਲ ਨਹੀਂ ਛੁੱਟਦਾ। ਉਹ ਇੱਥੇ ਵੀ ਧੱਕੇ ਖਾਂਦੇ ਹਨ ਅਤੇ ਸੱਚੇ ਖਸਮ ਦੇ ਦਰ ਤੇ ਵੀ ਜਾ ਕੇ ਧੱਕੇ ਹੀ ਖਾਂਦੇ ਹਨ। ਅਣਗਿਣਤ ਚੋਰੀ ਦੇ ਕਸਬ ਵਾਲੇ ਚੋਰਾਂ ਦੀ, ਪਰਾਇਆ ਧਨ ਚੁਰਾਉਂਦਿਆਂ ਦੀ, ਚੋਰਾਂ ਦਾ ਕਿੱਤਾ ਕਮਾਉਂਦਿਆਂ ਦੀ ਹੀ ਸਾਰੀ ਉਮਰ ਖਰਾਬ ਹੁੰਦੀ ਹੈ। ਚੋਰੀ ਦਾ ਕੁਕਰਮ ਯਾਰੀ ਦੇ ਕੁਕਰਮ ਜਿਹਾ ਹੀ ਕਰੂਰ ਅਤੇ ਕੁਲੱਛਣਾ ਹੈ। ਚੋਰ ਚੋਰੀ ਕਦੇ ਛੱਡ ਹੀ ਨਹੀਂ ਸਕਦੇ। ਇਹ ਕੇਵਲ ਗੁਰੂ ਕੇ ਸੁਮਤ ਨਦਰਾਏ ਸਿੱਖ ਸੰਤ ਹੀ ਹਨ, ਜਿਨ੍ਹਾਂ ਦੀ ਕੇਵਲ ਨਾਮ ਧਿਆਉਂਦਿਆਂ ਸਾਰੀ ਆਯੂ ਸਫਲੀ ਹੁੰਦੀ ਹੈ, ਸਫਲ ਨਾਮ ਸਲਾਹੀ ਕਰਮ ਕਰੰਦਿਆਂ। ਕਿਤਨਿਆਂ ਦੀ ਯੋਗਤਾ ਪੂਜਾ ਵਾਲੇ ਕਨਿਸ਼ਟ ਕਰਮਾਂ ਵਿੱਚ ਕਨਿਸ਼ਟਤ ਹੋਈ ਵੀ ਸਾਰੀ ਜ਼ਿੰਦਗੀ ਖਰਚ ਹੋ ਜਾਂਦੀ ਹੈ। ਬਹੁਤਿਆਂ ਦੀ ਅਜਿਹੇ ਭੈੜੇ ਕਰਮਾਂ ਵਿੱਚ ਸਾਰੀ ਉਮਰ ਗੁਜ਼ਰਦੀ ਹੈ, ਜਿਨ੍ਹਾਂ ਭੈੜੇ ਕਰਮਾਂ ਦੇ ਕਰਨ ਕਰ ਉਹਨਾਂ ਨੂੰ ਅਸਾਧ ਰੋਗ ਚਿਮੜ ਜਾਂਦੇ ਹਨ। ਉਹ ਸਾਰੀ ਉਮਰ ਰੋਗਗ੍ਰਸਤ ਹੀ ਰਹਿੰਦੇ ਹਨ। ਰੋਗਾਂ ਸੋਗਾਂ ਵਿੱਚ ਹੀ ਭਰਮਦਿਆਂ ਗਰਤ ਹੋਏ ਤਿੰਨਾਂ ਪ੍ਰਾਣੀਆਂ ਦੀ ਉਮਰ ਵਿਹਾਉਂਦੀ ਹੈ। ਪਵਨਧਾਰੀਆਂ ਦੀ ਪਵਨਧਾਰੀ ਪ੍ਰਾਣਾਯਾਮ ਕਰਦਿਆਂ ਹੀ ਸਾਰੀ ਬੈਸ ਵਿਹਾ ਜਾਂਦੀ ਹੈ। ਪ੍ਰਾਣਾਯਾਮ ਕਰਕੇ ਬੈਸ ਉਮਰ ਲਮੇਰੀ ਵੱਡ ਲਮੇਰੀ ਤਾਂ ਹੋ ਜਾਂਦੀ ਹੈ, ਪਰ ਕਲਿਆਣ ਗਤੇਰੀ ਫੇਰ ਵੀ ਨਹੀਂ ਹੁੰਦੀ, ਸਗੋਂ ਵਧੇਰੀ ਤ੍ਰਿਸ਼ਨਾ ਤ੍ਰਿਸ਼ਨੇਰੀ ਸੰਕਲਪ ਵਿਕਲਪੇਰੀ ਹੋ ਜਾਂਦੀ ਹੈ। ਇਹ ਕੇਵਲ ਗੁਰੂ ਘਰ ਦੇ ਨਿਰੰਕਾਰੀ ਨਾਮ ਆਧਾਰੀ ਸਿੱਖ ਹੀ ਹਨ, ਜਿਨ੍ਹਾਂ ਦੀ ਦਿਨ ਰਹਿਣ ਆਈ ਸਾਰੀ ਅਵਸਥਾ ਹਰ ਕੀਰਤਨ ਗਾਉਂਦਿਆਂ ਹੀ ਵਿਹਾਉਂਦੀ ਹੈ। ਕਰਮਨ ਸਿਰ ਕਰਮ ਸੱਚਾ ਕਰਮ ਕੀਰਤਨ ਕਮਾਉਂਦਿਆਂ ਹੀ ਸਫਲੀ ਹੁੰਦੀ ਹੈ। ਐਸੇ ਵੀ ਬਥੇਰੇ ਅਣਗਿਣਤ ਬੰਦੇ ਹਨ, ਜਿਨ੍ਹਾਂ ਦੀ ਸਾਰੀ ਉਮਰ ਸਫ਼ਰ ਵਿੱਚ ਹੀ ਇੱਧਰ ਉੱਧਰ ਚਲਦਿਆਂ ਫਿਰਦਿਆਂ ਹੀ ਵਿਹਾ ਜਾਂਦੀ ਹੈ। ਅਨੇਕਾਂ ਦੀ ਇੱਕ ਥਾਂ ਜੰਮ ਕੇ ਬੈਠੇ ਰਹਿਣ ਵਿੱਚ, ਨਿਜ ਮਨਸਾ ਮੁਤਾਬਕ ਮਨ ਮੰਨਿਆ ਪਿੜ ਮੱਲੀ ਰੱਖਣ ਵਿੱਚ ਸਾਰੀ ਉਮਰ ਵਿਹਾਉਂਦੀ ਹੈ। ਇੱਕੇ ਖਾਸ ਡੇਰੇ ਅਸਥਾਨ ਦਾ ਸਾਰੀ ਉਮਰ ਮਹੰਤ ਬਣੇ ਰਹਿਣ ਵਿੱਚ ਹੀ ਵਿਹਾ ਜਾਂਦੀ ਹੈ। ਅਨੇਕਾਂ ਅਣਗਿਣਤ ਪਾਂਧਿਆਂ, ਪਾਦਰੀਆਂ, ਮੁਲਾਣਿਆਂ, ਮਾਸਟਰਾਂ, ਟੀਚਰਾਂ, ਪ੍ਰੋਫੈਸਰਾਂ, ਪ੍ਰਿੰਸੀਪਲਾਂ,
ਅਨੇਕ ਪ੍ਰਕਾਰੀ ਅਧਿਆਪਕਾਂ ਦੀ ਸਾਰੀ ਹੀ ਅਵਸਥਾ ਬਾਲਕੇ ਬਾਲਕੀਆਂ ਮੁੰਡੇ ਕੁੜੀਆਂ ਨੂੰ ਪੜ੍ਹਾਉਂਦਿਆਂ ਕੁੜਾਵੀਆਂ ਪੜ੍ਹਾਈਆਂ ਨਾਲ ਮਗਜ਼ ਮਾਰਦਿਆਂ ਹੀ ਗੁਜ਼ਰ ਜਾਂਦੀ ਹੈ ਅਤੇ ਸਾਰੀ ਉਮਰ ਅਜਾਈਂ ਹੀ ਜਾਂਦੀ ਹੈ। ਕੇਵਲ ਹਰ ਜਸ ਗਾਵਣ ਹਾਰੇ ਗੁਰਸਿੱਖਾਂ ਸੰਤਾਂ ਦੀ ਹੀ ਸਾਰੀ ਉਮਰ ਥਾਂ ਪੈਂਦੀ ਹੈ, ਕਿਉਂਕਿ ਤਿੰਨਾਂ ਦੀ ਉਮਰ ਭਰ ਹਰ ਜਸ ਕੀਰਤਨ ਵਿੱਚ ਮਗਨੰਦ ਰਹਿੰਦਿਆਂ ਹੀ ਸੁਜੀਵਨੀ ਸੁਖ ਸਹਿਜ ਲੇਖੇ ਲੱਗਦੀ ਹੈ। ਸੰਸਾਰੀ ਦੁਨੀਆਦਾਰਾਂ ਦੀ ਸਭ ਤੋਂ ਵੱਡੀ ਮੈਜੋਰਟੀ ਉਹ ਹੈ ਜੋ ਚੰਚਲ ਚਾਏ ਵਾਲੇ ਨਟ ਨਾਟਕ ਨਿਰਤੀ ਥੀਏਟਰਾਂ ਸਿਨੇਮਿਆਂ ਦੇ ਦੇਖਣ ਵਿੱਚ ਹੀ ਸਾਰੀ ਦੀ ਸਾਰੀ ਉਮਰ ਖਰਾਬ ਕਰ ਦਿੰਦੇ ਹਨ। ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ, ਸਗੋਂ ਸਭ ਕੁਝ ਗੁਆ ਬੈਠਦੇ ਹਨ। ਆਪਣੀ ਆਕਬਤ ਵੀ ਗੰਦੀ ਕਰ ਲੈਂਦੇ ਹਨ। ਬੜੇ ਬੜੇ ਪੜ੍ਹੇ ਲਿਖੇ ਮੁਗਰਬੀ ਪੱਛਮੀ ਤਹਿਜ਼ੀਬ ਦੀਆਂ ਮੁਹੱਜ਼ਬ ਪੜ੍ਹਾਈਆਂ ਵਿੱਚ ਹੜੇ ਕੜੇ ਹੋਏ ਇਸ ਨਿੱਘਰ ਟੋਏ ਵਿੱਚ ਗਰਕ ਹੋ ਕੇ ਬਹੁਤੇ ਡਿੱਗਦੇ ਹਨ। ਮਾਇਕ ਵਡੇਰੂਆਂ ਫੋਕੀ ਤਹਿਜ਼ੀਬ ਦੇ ਮੁੱਠੜੇ ਤਾਲੀਮ ਇਲਮੇਰੂਆਂ ਦੇ ਪਰਿਵਾਰਾਂ ਦੇ ਪਰਿਵਾਰ ਜੁੜ ਕੇ ਸਿਨੇਮੇ ਥੀਏਟਰਾਂ ਦੇ ਗੰਦੇ ਰਾਗ ਨੰਗੇ ਨਾਚ ਮੰਦੇ ਕਰਮਾਚ ਦੇਖਣ ਸੁਣਨ ਅਤੇ ਗੁਣਨ ਲਈ ਜਾਂਦੇ ਹਨ। ਬੜੇ ਬੜੇ ਉੱਗੇ ਰਿਫਾਰਮਰ ਵਜ਼ੀਰ ਕਬੀਰ ਰਾਜੇ ਰਾਓ ਅਮੀਰ ਆਪਣੀਆਂ ਬਹੂਆਂ ਬੇਟੀਆਂ ਨੂੰਹਾਂ ਪੜਨੂੰਹਾਂ ਨੂੰ ਲੈ ਕੇ ਇਸ ਅਤ ਬੇਸ਼ਰਮੀ ਵਾਲੇ ਤਮਾਸ਼ਿਆਂ ਦੇ ਨਿਜ ਸੰਤਾਨ ਵਿਗਾੜੂ ਪ੍ਰਚਾਰਕ ਬਣਦੇ ਹਨ। ਅੱਜ ਸਾਰਾ ਭਾਰਤ ਵਰਸ਼, ਸਾਰਾ ਹਿੰਦੁਸਤਾਨ, ਕੀ ਅਮੀਰ ਕੀ ਗਰੀਬ ਤਬਕਾ ਇਸੇ ਸਿਨੇਮੇਬਾਜ਼ੀ ਦੀ ਧਸਣ ਵਿੱਚ ਧਸ ਰਿਹਾ ਹੈ। ਤਿਨਾਂ ਦੇ ਉਤਾਰੇ ਨਿਸਤਾਰੇ ਦੀ ਕੋਈ ਆਸ ਉਮੈਦ ਨਹੀਂ। ਬੇਸ਼ੁਮਾਰ ਅਸੰਖਾਂ ਐਸੇ ਅਤਿਆਚਾਰੀ ਹਨ ਜੋ ਨਿਧੜਕ ਹੋ ਕੇ ਜੀਵ ਹਿੰਸਾ ਕਰਦੇ ਹਨ ਅਤੇ ਜਾਨਵਰਾਂ ਪਸ਼ੂਆਂ ਪੰਖੀਆਂ ਦੇ ਗਲ ਵੱਢ ਕੇ ਹੱਤਿਆ ਕਮਾਉਂਦੇ ਹਨ। ਅਨੇਕਾਂ ਦੀ ਤਾਂ ਰਾਜਗਰਦੀ ਕਰਦਿਆਂ ਹੀ ਵਿਹਾਉਂਦੀ ਹੈ, ਪਰ ਅਨੇਕਾਂ ਦੀ ਇਸ ਰਾਜਗਰਦੀ ਤੋਂ ਡਰ ਡਰ ਮਰਦਿਆਂ ਦੀ ਮਸਾਂ ਗੁਲਾਮੀ ਦੇ ਜੀਵਨ ਵਾਲਾ ਗੁਜ਼ਾਰਾ ਕਰਦਿਆਂ ਦੀ ਵਿਹਾਉਂਦੀ ਹੈ। ਇਹਨਾਂ ਗੁਲਾਮਾਂ ਦੀ ਕੋਈ ਜਿਉਣੀ ਹੈ, ਪਰ ਉਹਨਾਂ ਦੀ ਆਦਤ ਬਣੀ ਹੋਈ ਹੈ ਸਾਰਿਆਂ ਦੇ ਗੁਲਾਮ ਬਣਨ ਦੀ। ਇਸ ਗੁਲਾਮੀ ਤੋਂ, ਇਸ ਵਿਡਾਣੀ ਚਾਕਰੀ ਦੀ ਛੱਟ ਪਾਉਣ ਤੋਂ ਅਤੇ ਉੱਪਰ ਜ਼ਿਕਰ ਕੀਤੇ ਲੰਪਟ ਬਾਜ਼ਾਰੀਆਂ ਵਾਲੀ ਵਿਕਾਰ ਡੰਡਾਰੀ ਸੱਟ ਸਹਿਣ ਤੋਂ ਸਹੀ ਜਨ ਬਚੇ ਹਨ ਜੋ ਕੇਵਲ ਨਾਮ ਨਿਰੰਕਾਰ ਦੇ ਰੰਗਾਂ ਵਿੱਚ ਰੱਤੇ ਹਨ। ਐਸੇ ਹਨ ਕੇਵਲ ਗੁਰੂ ਘਰ ਦੇ ਉਹ ਸੰਤ ਭਗਤ ਸਿੱਖ ਗੁਰਮੁਖ ਪਿਆਰੇ ਜੋ ਅੰਦਨ ਨਾਮ ਸਿਫਤ ਸਲਾਹ ਦੇ ਕੀਰਤਨ ਰੰਗ ਵਿੱਚ ਦਿਨ ਰਾਤ ਰੱਤੇ ਰਹਿੰਦੇ ਹਨ। ਐਸੇ ਵੀ ਕਿਤਨੇ ਨੀਤੀਵਾਨ ਮਤਾ ਮਸੂਰਤੀ ਮੁਸਾਹਿਬ ਹਨ ਜਿਨ੍ਹਾਂ ਦੀ ਆਂਦਨ ਮਸ਼ਵਰੇ ਕਰਦਿਆਂ ਅਤੇ ਮਤੇ ਪਕਾਉਂਦਿਆਂ ਹੀ ਵਿਹਾਉਂਦੀ ਹੈ। ਦੁਨੀਆ ਵਿੱਚ ਅਜਿਹੇ ਸਵਾਰਥੀ ਬੰਦੇ ਵੀ ਅਣਗਿਣਤ ਹਨ ਜੋ ਆਪਣੀ ਖੁਦਗਰਜ਼ੀ ਨੂੰ ਨਿਜ ਸਵਾਰਥ ਨੂੰ ਮੁੱਖ ਰੱਖ ਕੇ ਆਪਣੀ ਨਿਜ ਜ਼ਰੂਰਤ ਦੇ ਮਾਰੇ ਹੀ ਕੌਮ ਦੀ ਸੇਵਾ ਜਾਂ ਹਕੂਮਤ ਦੀ ਮੁਲਾਜ਼ਮਤ ਕਰਦੇ ਹਨ, ਪਰ ਉਪਕਾਰ ਜਾਂ ਪਰ ਸਵਾਰਥ ਲਈ ਨਹੀਂ। ਅਨੇਕਾਂ ਐਸੇ ਹਨ ਜੋ ਨਿਰੀ ਸੋਧ ਸਫਾਈ ਸੋਚ ਪੋਚ ਵਾਲੀ ਜੀਵਨੀ ਨੂੰ ਮੁੱਖ ਰੱਖ ਕੇ ਹੀ ਜੀਵਨ ਜਨਮ ਬਤੀਤ ਕਰਦੇ ਹਨ, ਪਰੰਤੂ ਗੁਰੂ ਨਾਨਕ ਦੇ ਘਰ ਦੇ ਨਿਰੰਕਾਰ ਨਾਮ ਰਸੀਏ ਸੰਤ ਜਨਾਂ ਦੀ ਸਾਰੀ ਉਮਰ ਹੀ ਅਮਿਓ ਰਸ ਪੀਂਦਿਆਂ ਅੰਮ੍ਰਿਤ ਨਾਮ ਦੇ ਗਟਾਕ ਛਕਦਿਆਂ ਹੀ ਵਿਹਾਉਂਦੀ ਹੈ। ਨਿਰੰਕਾਰੀ ਨਾਮ ਤੋਂ ਕੁਥੜੇ ਸਾਰੇ ਸੰਸਾਰੀ ਹੋਰ ਕਰਮਾਂ ਵਿੱਚ ਹੀ ਸਾਰੀ ਉਮਰ ਲੱਗੇ ਰਹਿੰਦੇ ਹਨ, ਪਰ ਜਿਵੇਂ ਲਾਉਣ ਹਾਰੇ ਕਰਮ ਵਿਧਾਤੇ ਕਰਤਾਰ ਨੇ ਉਹ ਜਿੱਥੇ ਜਿੱਥੇ ਜਿਹੜੇ ਕਰਮਾਂ ਵਿੱਚ ਲਾਏ ਹਨ ਤਿੱਥੇ ਤਿੱਥੇ ਤਿੰਨਾਂ ਕਰਮਾਂ ਵਿੱਚ ਹੀ ਉਹਨਾਂ ਨੂੰ ਆਪਣੇ ਪੂਰਬਲੇ ਕਰਮਾਂ ਅਨੁਸਾਰ ਲੱਗਣਾ ਪੈਂਦਾ ਹੈ। ਤਿੰਨਾਂ ਕਰਮਾਂ ਵਿੱਚ ਲੱਗਣ ਵਾਲੀ ਮੂਰਖਾ ਮੂੜਤਾ ਤੇ ਸਿਆਣਪ ਵੀ ਉਹਨਾਂ ਦੇ ਆਪਣੇ ਅਖਤਿਆਰ ਨਹੀਂ। ਜਿਹੋ ਜਿਹੇ ਉਹ ਕਰਮ ਕਮਾਉਂਦੇ ਹਨ ਤਿਹੋ ਜਿਹੀ ਉਹਨਾਂ ਦੀ ਮੱਤ ਹੋਈ ਰਹਿੰਦੀ ਹੈ ਅਤੇ ਤਿਹੋ ਜਿਹੀ ਹੀ ਹੋ ਜਾਂਦੀ ਹੈ ਕਰਮ ਗੇੜ ਦੇ ਉਲਥ ਪਲਥੀ ਸਜ਼ਾ ਜਜ਼ਾਏ ਸਿਲਸਿਲੇ ਅਨੁਸਾਰ। ਜਿਨ੍ਹਾਂ ਨੂੰ ਆਪਣੀ ਅਪਾਰ ਕਿਰਪਾ ਕਰਕੇ ਵਾਹਿਗੁਰੂ ਨਾਮ ਦੀ ਬਖਸ਼ੀਸ਼ ਕਰਦਾ ਹੈ ਉਹੀ ਨਾਮ ਜਪਦੇ ਹਨ। ਤਿੰਨਾਂ ਦੀ ਨਾਮ ਅਭਿਆਸ ਕਮਾਈ ਤੋੜ ਨਿਭਦੀ ਹੈ ਅਤੇ ਸਫਲ ਫਲਦੀ ਹੈ। ਸਦਕੇ ਧੰਨ ਗੁਰੂ ਨਾਨਕ ਸਾਹਿਬ ਤਿੰਨਾਂ ਦੇ ਬਲਿਹਾਰਨੇ ਜਾਂਦੇ ਹਨ। ਕੈਸੇ ਵਡਭਾਗੀ ਹਨ ਨਾਮ ਅਭਿਆਸ ਕਮਾਈ ਕਰਨ ਹਾਰੇ, ਜਿਨ੍ਹਾਂ ਉੱਤੇ ਗੁਰੂ ਸਾਹਿਬ ਐਸੇ ਕੁਰਬਾਨ ਹਨ। ਤਾਂ ਹੀ ਤੇ ਤਿੰਨਾਂ ਦੀ ਸਫਲ ਕਮਾਈ ਸਭਨਾ ਕਰਮ ਕਮਾਈਆਂ ਤੋਂ ਸ੍ਰੇਸ਼ਟ ਅਤੇ ਪੁੱਜ ਕੇ ਉੱਤਮ ਹੈ। ਧੰਨ ਗੁਰੂ ਨਾਨਕ।
ਅਗਲੇ ਗੁਰ ਪ੍ਰਮਾਣ ਅੰਦਰ ਕੇਵਲ ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨ ਲੇਖੈ ਲਾਏ। ਮਈ ਗੁਰਮਤਿ ਕਰਮ ਵਿਲੱਖਣੀ ਭਾਵ ਦੀ ਵਿਧਾਨਤਾ ਦਾ ਵਿਸਥਾਰ ਹੈ, ਜਿਸ ਦੇ ਮੁਕਾਬਲੇ ਵਿੱਚ ਆਨਮਤ ਕਰਮ ਸਭ ਹੁੱਛੇ ਹਨ। ਯਥਾ ਗੁਰਵਾਕ। ਸ਼ਲੋਕ ਮਹਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਿਆ। ਰੋਵੈ ਦਹਿਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡਉਰੂ ਵਾਏ। ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਇ ਗਿਆ, ਏਕੀ ਕਾਰਣ ਪਾਪੀ ਭਇਆ। ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ। ਰੋਵੈ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ। ਬਾਲੀ ਰੋਵੈ ਨਾਹਿ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨ ਲੇਖੈ ਲਾਏ। ਰਾਮਕਲੀ ਕੀ ਵਾਰ। ਵਿਆਖਿਆ। ਹਜ਼ਾਰ ਭੱਗਾਂ ਵਾਲਾ ਗੌਤਮ ਸਰਾਪੀ ਡੰਨ ਝੱਲ ਕੇ ਮਜਬੂਰੀ ਦਾਨ ਦੇ ਕੇ ਇੰਦਰ ਰਾਜੇ ਨੂੰ ਰੋਣਾ ਪਿਆ। ਗੌਤਮ ਰਿਖੀ ਨੇ ਨਿਜ ਇਸਤਰੀ ਅਹਿਲਿਆ ਨਾਲ ਕੁਕਰਮ ਦੇ ਬਦਲੇ ਇੰਦਰ ਰਾਜੇ ਨੂੰ ਹਜ਼ਾਰ ਭੱਗਾਂ ਦੇ ਸਰਾਪ ਵਾਲਾ ਡੰਨ ਦਾਨ ਦੇ ਕੇ ਰੁਆ ਦਿੱਤਾ। ਇੰਦਰ ਐਡਾ ਪ੍ਰਸਿੱਧ ਦੇਵਤਾ ਹੋ ਕੇ ਕਾਮ ਚੇਸ਼ਟਾ ਦਾ ਸ਼ਿਕਾਰ ਹੋ ਗਿਆ ਅਤੇ ਪਰਾਈ ਇਸਤਰੀ ਗੌਤਮ ਦੀ ਸੁਪਤਨੀ ਅਹਿਲਿਆ ਨਾਲ ਵਿਭਚਾਰ ਕਰਕੇ ਪਤਿਤ ਹੋ ਗਿਆ। ਉਸ ਦੀ ਤਪੱਸਿਆ ਘਾਲਣਾ ਐਵੇਂ ਅਜਾਈਂ ਗਈ। ਉਹ ਕਾਮ ਨੂੰ ਵੀ ਬਸ ਨਾ ਕਰ ਸਕਿਆ ਅਤੇ ਆਪਣੀ ਦੇਵਤਾਈ ਨੂੰ ਭੁੱਲ ਕੇ ਪਰਤ੍ਰੈਗਾਮੀ ਹੋ ਗਿਆ। ਕੀ ਵਡਿਆਈ ਹੈ ਦੇਵ ਕਰਮ ਦੀ। ਇੰਦਰ ਦੇਵਤੇ ਨੂੰ ਹੰਕਾਰ ਹੋ ਗਿਆ ਸੀ ਆਪਣੇ ਦੇਵਤਾਪਣ ਦਾ ਅਤੇ ਆਪਣੇ ਕੀਤੇ ਉਗਰ ਤਪ ਦਾ। ਇਸ ਅਹੰਕਾਰ ਦੇ ਬਦਲੇ ਉਸ ਨੂੰ ਇਹ ਸਜ਼ਾ ਮਿਲੀ ਕਿ ਕਾਮ ਵਿੱਚ ਅੰਨਾ ਹੋ ਕੇ ਪਤਿਤ ਕਰਮੀ ਹੋ ਗਿਆ। ਅਹਿਲਿਆ ਨੂੰ ਆਪਣੇ ਸਤੀ ਬ੍ਰਤ ਕਰਮ ਦਾ ਮਾਣ ਸੀ, ਸੋ ਉਹ ਵੀ ਟੁੱਟ ਗਿਆ। ਆਨਮਤ ਕਰਮ ਜਪ ਤਪ ਸਤ ਆਦਿਕ ਕਰਕੇ ਕਾਮ ਕ੍ਰੋਧ ਹੰਕਾਰ ਵਿਆਪ ਜਾਂਦਾ ਹੈ, ਤਾਂ ਤੇ ਸਭ ਆਨਮਤ ਕਰਮ ਨਿਸ਼ਫਲ ਹਨ। ਪਰਸਰਾਮ ਨੂੰ ਆਪਣੇ ਬਲ ਪਰਾਕਰਮ ਦਾ ਬੜਾ ਹੰਕਾਰ ਸੀ। ਸ੍ਰੀ ਰਾਮਚੰਦਰ ਜੀ ਨੇ ਉਸ ਦੇ ਪੈਰੀਂ ਹੱਥ ਲਾ ਕੇ ਉਸ ਦੀ ਬਲ ਸੱਤਿਆ ਸਾਰੀ ਖਿੱਚ ਲਈ। ਬਲ ਸੱਤਿਆ ਗਵਾ ਕੇ ਉਹ ਆਪਣੇ ਘਰ ਆ ਕੇ ਬਹੁਤ ਰੁੰਨਾ। ਉਸ ਦੇ ਤਪ ਸਾਧਨ ਕੀਤੇ ਐਵੇਂ ਹੀ ਗਏ। ਸ੍ਰੀ ਰਾਮਚੰਦਰ ਦੇ ਦਾਦੇ ਰਾਜਾ ਅਜੈ ਨੇ ਇੱਕ ਮੰਗਣ ਆਏ ਸਾਧੂ ਨੂੰ ਮਖੌਲ ਕਰਕੇ ਲਿਦ ਦੀ ਭਿੱਖਿਆ ਦਿੱਤੀ। ਸਾਧੂ ਦੇ ਸਰਾਪ ਕਰਕੇ ਅਜੈ ਨੂੰ ਲਿਦ ਖਾਣੀ ਪਈ। ਪਰ ਫੇਰ ਰੋਏ ਧੋਏ ਤੇ ਕੀ ਬਣਦਾ ਹੈ। ਆਪਣੇ ਤਪ ਹੰਕਾਰ ਦਾ ਫਲ ਅਵਸ਼ ਪਾਉਣਾ ਪਿਆ। ਦਰਗਾਹ ਅੰਦਰ ਉਸ ਨੂੰ ਵੀ ਸਜ਼ਾ ਭੁਗਤਣੀ ਪਈ। ਜਪ ਤਪ ਸੰਜਮ ਵਾਲਿਆਂ ਨੂੰ ਸਜ਼ਾਵਾਂ ਭੁਗਤਣੀਆਂ ਹੀ ਪੈਂਦੀਆਂ ਹਨ। ਦੇਸ਼ ਨਿਕਾਲਾ ਮਿਲੇ ਤੇ ਰਾਮਚੰਦਰ ਨੂੰ ਵੀ ਰੋਣਾ ਪਿਆ। ਐਡੇ ਐਡੇ ਅਵਤਾਰਾਂ ਦੀ ਇਹ ਹਾਲਤ ਹੈ ਕਿ ਭਾਣਾ ਮੰਨਣ ਦੀ ਸ਼ਕਤੀ ਤੋਂ ਆਸ਼ਕਤ ਰਹਿ ਗਏ। ਨਿਜ ਤ੍ਰਿਆ ਸੀਤਾ ਅਤੇ ਨਿਜ ਭਰਾਤਾ ਲਛਮਣ ਦੇ ਵਿਛੋੜੇ ਦੇ ਕਾਰਨ ਵੀ ਸ੍ਰੀ ਰਾਮਚੰਦਰ ਨੂੰ ਰੋਣਾ ਪਿਆ ਅਤੇ 10 ਦਿਮਾਗਾਂ ਸਿਰਾਂ ਵਾਲਾ ਬਦ ਦਿਮਾਗ ਰਾਵਣ ਲੰਕਾ ਨੂੰ ਹੱਥੋਂ ਗਵਾ ਕੇ ਰੋਇਆ, ਜਿਸ ਨੇ ਸੀਤਾ ਨੂੰ ਡੌਰੂ ਵਜਾ ਕੇ ਅਤੇ ਫਕੀਰ ਦਾ ਭੇਸ ਧਾਰ ਕੇ ਚੁਰਾ ਲਿਆਂਦਾ ਸੀ। ਪੰਜੇ ਪਾਂਡੋ ਜਿਨ੍ਹਾਂ ਦੇ ਕ੍ਰਿਸ਼ਨ ਜੀ ਕੋਲ ਰਹਿੰਦੇ ਸਨ, ਉਹ ਵੀ ਬੜੇ ਰੋਏ ਜਦੋਂ ਮਜੂਰ ਬਣੇ। ਰਾਜਾ ਜਨਮੇਜਾ ਵੀ ਕੁਰਾਏ ਪੈ ਕੇ ਬੜਾ ਰੋਇਆ। ਇੱਕ ਗਲਤੀ ਦੇ ਕਾਰਨ ਪਾਪੀ ਬਣ ਗਿਆ। ਉਸਨੇ ਇੱਕ ਬ੍ਰਾਹਮਣ ਦੀ ਹੱਤਿਆ ਕੀਤੀ ਸੀ ਜਾਨੋਂ ਮਾਰ ਕੇ। ਤਿਸ ਹੱਤਿਆ ਦਾ ਬਦਲਾ ਦੇਣਾ ਪਿਆ। ਬੜੇ ਬੜੇ ਸ਼ੇਖ ਮਸਾਇਕ ਪੀਰ ਵੀ ਰੋਂਦੇ ਫਿਰਦੇ ਰਹੇ। ਮਤੇ ਅੰਤਕਾਲ ਸਮੇਂ ਕੋਈ ਭੀੜ ਆ ਬਣੇ, ਇਸ ਡਰ ਕਰਕੇ ਰੋਏ। ਭਰਥਰੀ ਗੋਪੀ ਚੰਦ ਰਾਜੇ ਵੀ ਗੋਰਖ ਪਾਸੋਂ ਕੰਨ ਪੜਾ ਕੇ ਅਤੇ ਗੋਰਖ ਦੇ ਚੇਲੇ ਬਣ ਕੇ ਬੜੇ ਰੋਏ ਪਛਤਾਏ ਜਦੋਂ ਉਹਨਾਂ ਨੂੰ ਘਰ ਘਰ ਜਾ ਕੇ ਭਿੱਖਿਆ ਮੰਗਣੀ ਪਈ। ਸ਼ੂਮ ਲੋਕ ਧਨ ਗਵਾ ਕੇ ਧਨ ਗਏ ਤੋਂ ਬਹੁਤ ਰੋਏ ਪਛਤਾਏ। ਵੇਦ ਵਿਚਾਰੀ ਪੰਡਿਤ ਗਿਆਨ ਗਵਾ ਕੇ ਰੋਏ। ਜਿਸ ਦਾ ਘਰ ਪਧਾਰ ਪਤੀ ਨਾ ਰਿਹਾ, ਉਹ ਬਾਲੀ ਇਸਤਰੀ ਵੀ ਬੜੀ ਰੋਈ।
ਗੁਰੂ ਨਾਨਕ ਸਾਹਿਬ ਓੜਕ ਸੱਚਾ ਫਤਵਾ ਇਹ ਦਿੰਦੇ ਹਨ ਕਿ ਸਾਰਾ ਸੰਸਾਰ ਹੀ ਦੁਖੀਆ ਹੈ। ਨਾਮ ਦਾ ਸ਼ਰਧਾਵਾਨ ਪੁਰਸ਼ ਹੀ ਸੰਸਾਰ ਵਿੱਚ ਜਿੱਤ ਕੇ ਜਾਣ ਵਾਲਾ ਹੈ। ਨਾਮ ਤੋਂ ਬਿਨਾਂ ਹੋਰ ਕਰਮ ਉੱਕੇ ਹੀ ਲੇਖੇ ਨਹੀਂ ਪੈਂਦੇ। ਨਾਮ ਰੂਪੀ ਕਰਮ ਸੁਕਰਮੀ ਜਿੱਤਣ ਵਾਲਿਆਂ ਦੀ ਹੀ ਜੈ ਜੈਕਾਰ ਹੁੰਦੀ ਹੈ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੈ ਪਾਏ। ਹੋਰਨਾਂ ਕਰਮਾਂ ਕਾਂਡਾਂ ਦੇ ਕਰਨ ਵਾਲਾ ਸਾਰਾ ਸੰਸਾਰ ਹੀ ਦੁਖੀਆ ਹੈ। ਗੁਰਮਤਿ ਨਾਮ ਨੂੰ ਮੰਨਣ ਹਾਰੇ, ਸਿਫਤ ਸਲਾਹੀ ਸਰਬੋਤਮ ਕਰਮ ਨੂੰ ਕਰਨ ਵਾਲੇ, ਗੁਰਮਤਿ ਨਾਮ ਅਭਿਆਸੀ ਜਨ ਹੀ ਅਸਲ ਸੁਖੀਏ ਹਨ। ਕਿਉਂਕਿ ਤਿਨਾਂ ਦਾ ਤਤ ਸਾਰ ਸਿਫਤ ਸਲਾਹੀ ਗੁਰਮਤਿ ਨਾਮ ਕਰਮ ਹੀ ਲੇਖੇ ਲੱਗਣ ਵਾਲਾ ਕਰਮ ਹੈ। ਅਵਰੀ ਆਨਮਤ ਕਰਮ ਕੀਤੇ ਕਿਤੇ ਵੀ ਲੇਖੇ ਨਹੀਂ ਪੈਂਦੇ। ਤਾਂ ਹੀ ਤੇ ਗੁਰਮਤਿ ਨਾਮ ਅਭਿਆਸ ਕਰਮ ਕਰਮਨ ਸਿਰ ਕਰਮ ਹੈ। ਅਗਲੇ ਗੁਰ ਪ੍ਰਮਾਣ ਅੰਦਰ ਸਮੂਹ ਆਨਮਤੀ ਕਰਮ ਕਾਂਡਾਂ ਨੂੰ ਰੱਦ ਕਰਕੇ ਇੱਕੋ ਗੁਰਮਤਿ ਨਾਮ ਅਭਿਆਸ ਕਰਮ ਨੂੰ ਸ਼੍ਰੋਮਣੀ ਕਰਮ ਬਣਾਇਆ ਗਿਆ ਹੈ। ਯਥਾ ਗੁਰਵਾਕ ਰਾਮ ਕਲੀ ਘਰ ਦੂਜਾ, ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਛੋੜ ਛੋੜ ਰੇ ਪਾਖੰਡੀ ਮਨ ਕਪਟ ਨ ਕੀਜੈ, ਹਰ ਕਾ ਨਾਮ ਨਿਤ ਨਿਤਹਿ ਲੀਜੈ। ਰਹਾਉ ਗੰਗਾ ਜਉ ਗੋਦਾਵਰ ਜਾਈਐ, ਕੁੰਭ ਜਉ ਕੇਦਾਰ ਨਹਾਈਐ, ਗੋਮਤੀ ਸਹਸ ਗਊ ਦਾਨ ਕੀਜੈ, ਕੋਟ ਜਉ ਤੀਰਥ ਕਰੈ, ਤਨ ਜਉ ਹਿਵਾਲੇ ਗਾਰੈ, ਰਾਮ ਨਾਮ ਸਰ ਤਉ ਨ ਪੂਜੈ। ਅਸ ਦਾਨ ਗਜ ਦਾਨ ਸਹਿਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤਹਿ ਕੀਜੈ, ਆਤਮ ਜੋ ਨਿਰਮਾਇਲ ਕੀਜੈ, ਆ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਮਨਹ ਨ ਕੀਜੈ ਰੋਸ, ਜਮਹਿ ਨ ਦੀਜੈ ਦੋਸ, ਨਿਰਮਲ ਨਿਰਬਾਣ ਪਦ ਚੀਨ ਲੀਜੈ। ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ, ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਵਿਆਖਿਆ। ਬਨਾਰਸ ਕਾਂਸ਼ੀ ਰਹਿਣ ਵਾਲਾ ਪੁਰਸ਼ ਬਨਾਰਸ ਕਾਂਸ਼ੀ ਜੈਸੇ ਹਿੰਦ ਵੈਣ ਦੇ ਮੰਨੇ ਪਰਮੰਨੇ ਤੀਰਥਾਂ ਤੇ ਰਹਿ ਕੇ ਸਾਰੀ ਉਮਰ ਜੇ ਤਪ ਕਰੇ ਅਤੇ ਉਲਟਾ ਇਸੇ ਤੀਰਥ ਤੇ ਮਰ ਕੇ ਹੀ ਪ੍ਰਾਣ ਤਿਆਗ ਦੇਵੇ, ਅਗਨੀ ਵਿੱਚ ਆਪਣੇ ਆਪ ਨੂੰ ਦਾਹ ਸਿੱਟੇ, ਯੋਗ ਦੇ ਸਾਧਨਾ ਨਾਲ ਤੇ ਸੰਨਿਆਸੀਆਂ ਵੈਦਾਂ ਦੀਆਂ ਖਾਸ ਕਲਪ ਕਾਇਆ ਕਰਨ ਵਾਲੀਆਂ ਦਵਾਈਆਂ ਨਾਲ ਬੁਢੇਪੇ ਵਿੱਚ ਆਪਣੀ ਕਾਇਆ ਨੂੰ ਨਵੀਂ ਨਰੋਈ ਜਵਾਨੀ ਵਾਲੀ ਕਾਇਆ ਬਣਾ ਲਵੇ, ਘੋੜੇ ਦੀ ਕੁਰਬਾਨੀ ਵਾਲਾ ਜਗ ਅਸਵਮੇਧ ਜਗ ਕਰੇ, ਸੋਨੇ ਨੂੰ ਫਲ ਵਿੱਚ ਲੁਕਾ ਕੇ ਗੁਪਤ ਦਾਨ ਕਰੇ, ਤਿਨ੍ਹਾਂ ਉੱਪਰ ਦੱਸੇ ਸਾਰੇ ਕਰਮਾਂ ਦਾ ਫਲ ਇੱਕ ਰਮਤ ਰਾਮ ਗੁਰਮਤਿ ਨਾਮ ਦੇ ਬਰਾਬਰ ਨਹੀਂ ਪੁੱਜ ਸਕਦਾ। ਤਾਂ ਤੇ ਮਨ ਕਰਕੇ ਪਖੰਡੀਆਂ ਪਖੰਡ ਕਰਮੀਆਂ ਨੂੰ ਪਖੰਡ ਅਤੇ ਪਖੰਡ ਕਰਮ ਕਰਨੇ ਉੱਕੇ ਹੀ ਛੱਡ ਦੇਣੇ ਚਾਹੀਦੇ ਹਨ। ਇਹਨਾਂ ਪਖੰਡ ਕਰਮਾਂ ਦੇ ਥਾਂ ਨਿਤਾ ਨਿਤ ਨਿਤਾ ਪ੍ਰਤੀ ਵਾਹਿਗੁਰੂ ਨਾਮ ਦਾ ਅਭਿਆਸ ਕਰੀ ਜਾਣਾ ਉਚਿਤ ਹੈ, ਜੋ ਇਹਨਾਂ ਕਰਮਾਂ ਕਾਂਡਾਂ ਤੋਂ ਕਰੋੜਾਂ ਦਰਜਾ ਵਧੇਰਾ ਫਲ ਪ੍ਰਦਾਤਾ ਹੈ। ਰਹਾਓ। ਭਾਵੇਂ ਗੰਗਾ ਤੇ ਜਾਵੇ ਅਤੇ ਗੋਦਾਵਰੀ ਤੇ ਵੀ ਜਾਵੇ, ਕੁੰਭ ਤੇ ਜਾ ਕੇ ਨਹਾਵੇ, ਕਿਦਾਰਾ ਤੀਰਥ ਦਾ ਵੀ ਇਸ਼ਨਾਨ ਕਰੇ ਅਤੇ ਗੋਮਤੀ ਤੀਰਥ ਤੇ ਜਾ ਕੇ ਹਜ਼ਾਰਾਂ ਗਊਆਂ ਦਾ ਦਾਨ ਕਰੇ, ਇਹੋ ਜਿਹੇ ਕਰੋੜਾਂ ਤੀਰਥ ਕਰੇ, ਹਿਮਾਲਿਆ ਪਰਬਤ ਦੀ ਬਰਫ਼ ਵਿੱਚ ਜਾ ਕੇ ਆਪਣੇ ਤਨ ਨੂੰ ਗਾਲ ਦੇਵੇ, ਉੱਪਰ ਦੱਸੇ ਅਨੁਸਾਰ ਏਵਡ ਵੱਡੇ ਪੁੰਨ ਦਾਨ ਤੀਰਥ ਇਸ਼ਨਾਨ ਕਰਮ ਕਰੇ, ਤਾਂ ਵੀ ਵਾਹਿਗੁਰੂ ਨਾਮ ਅਭਿਆਸ ਕਰਮ ਬਰਾਬਰ ਉੱਪਰ ਦੱਸੇ ਕਰੋੜਾਂ ਕਰਮ ਨਹੀਂ ਪੁੱਜਦੇ। ਅਸੁ ਦਾਨ, ਘੋੜਿਆਂ ਦਾ ਦਾਨ, ਹਾਥੀਆਂ ਦਾ ਦਾਨ, ਗੱਜ ਦਾਨ, ਸੇਜੇ ਰਮਣ ਵਾਲੀ ਸੁੰਦਰ ਨਾਰੀ ਦਾ ਦਾਨ, ਸਾਰੀ ਭੂਮੀ ਮਿਲਖ ਮਲਕਈਅਤ ਦਾ ਦਾਨ, ਅਜਿਹੇ ਦਾਨ ਨਿਤ ਨਵੇਂ ਦਿਨ ਰੋਜ਼-ਰੋਜ਼ ਕਰਦਾ ਰਹੇ, ਆਪਣੇ ਜੀਵਾਤਮਾ ਨੂੰ ਵੀ ਅਰਪਣ ਕਰ ਦੇਵੇ, ਆਪਣੇ ਸਰੀਰ ਦੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦੇਵੇ, ਤਾਂ ਵੀ ਵਾਹਿਗੁਰੂ ਨਾਮ ਦੇ ਤਿਲ ਮਾਤਰੀ ਅਭਿਆਸ ਦੇ ਤੁਲ ਨਹੀਂ ਤੋਲੇ ਜਾ ਸਕਦੇ। ਵਾਹਿਗੁਰੂ ਨਾਮ ਅਭਿਆਸ ਕਰਮ ਇਹਨਾਂ ਉੱਪਰ ਦੱਸੇ ਸਾਰੇ ਕਰਮਾਂ ਦੇ ਤੋਲ ਨਾਲੋਂ ਭਾਰੀ ਹੈ। ਸਾਰੇ ਕਰਮ ਕੀਤੇ ਹੋਏ ਵਾਹਿਗੁਰੂ ਨਾਮ ਦੇ ਪਸੰਗ ਮਾਤਰ ਵੀ ਨਹੀਂ ਪੂਰੇ ਹੁੰਦੇ। ਮਨ ਵਿੱਚ ਰੰਚਕ ਰੋਸ ਨਹੀਂ ਰਹੇਗਾ, ਨਾ ਹੀ ਜੰਮਾਂ ਨੂੰ ਦੋਸ਼ ਦੇਣਾ ਬਾਕੀ ਰਹੇਗਾ, ਜੇਕਰ ਵਾਹਿਗੁਰੂ ਨਾਮ ਦੀ ਉੱਚ ਕਮਾਈ ਵਾਲਾ ਨਿਰਮਲ ਨਿਰਬਾਣ ਪਦ ਚੀਨ ਲਿਆ ਜਾਵੇ।
ਇਹ ਗੁਰਮਤਿ ਨਾਮ ਹੀ ਮੇਰੇ ਲਈ ਦਸ਼ਰਥ ਰਾਜੇ ਦਾ ਪੁੱਤਰ ਰਾਜਾ ਰਾਮਚੰਦ ਹੈ। ਇਸ ਤੋਂ ਬਿਨਾਂ ਮੇਰੇ ਲਈ ਕੋਈ ਰਾਮ ਅਵਤਾਰ ਨਹੀਂ। ਇਸੇ ਨਾਮ ਨੂੰ ਜਪ ਕੇ ਹੀ ਤਤ ਰਸ ਅੰਮ੍ਰਿਤ ਪੀਵੀਦਾ ਹੈ। ਇਸ ਕਰਕੇ ਨਿਰਗੁਣ ਨਾਮ ਦਾ ਦਰਜਾ ਸਰਗੁਣ ਉਪਾਸ਼ਨਾ ਵਾਲੇ ਅਵਤਾਰਾਂ ਦੇ ਦਰਜੇ ਨਾਲੋਂ ਮਹਾ ਸ੍ਰੇਸ਼ਟ ਅਤੇ ਸਰਬੋਤਮ ਹੈ। ਕਰਮਾਂ ਧਰਮਾਂ ਨਾਲੋਂ ਤਾਂ ਸ੍ਰੇਸ਼ਟ ਅਤੇ ਸਰਬੋਤਮ ਹੋਣਾ ਹੀ ਸੀ। ਮਾਲੀ ਗੌੜਾ ਮਹੱਲਾ ਚੌਥਾ। ਮੇਰੇ ਮਨ ਹਰ ਭਜ ਸਭ ਕਿਲਬਿਖ ਕਾਟ, ਹਰ ਹਰ ਉਰਧਾਰਿਓ ਗੁਰ ਪੂਰੈ, ਮੇਰਾ ਸੀਸ ਕੀਜੈ ਗੁਰ ਵਾਟ। ਰਹਾਓ। ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ, ਤਿਸ ਮਨ ਦੇਵੋਂ ਕਟ ਕਾਟ, ਹਰ ਸਾਜਨ ਮੇਲਿਓ ਗੁਰ ਪੂਰੈ, ਗੁਰ ਬਚਨ ਬਿਕਾਨੋ ਹਟ ਹਾਟ। ਮਕਰ ਪਰਾਗ ਦਾਨ ਬਹੁ ਕੀਆ, ਸਰੀਰ ਦਿਓ ਅਧ ਕਾਟ, ਬਿਨ ਹਰ ਨਾਮ ਕੋ ਮੁਕਤ ਨ ਪਾਵੈ, ਬਹੁ ਕੰਚਨ ਦੀਜੈ ਕਟ ਕਾਟ। ਹਰ ਕੀਰਤ ਗੁਰਮਤ ਜਸ ਗਾਇਓ, ਮਨ ਉਘਰੇ ਕਪਟ ਕਪਾਟ, ਤ੍ਰਿਕੁਟੀ ਫੋਰ ਭਰਮ ਭਉ ਭਾਗਾ, ਲਜ ਭਾਨੀ ਮਟਕੀ ਮਾਟ। ਕਲਯੁਗ ਗੁਰ ਪੂਰਾ ਤਿਨ ਪਾਇਆ, ਜਿਨ ਧੁਰ ਮਸਤਕ ਲਿਖੇ ਲਿਲਾਟ, ਜਨ ਨਾਨਕ ਰਸ ਅੰਮ੍ਰਿਤ ਪੀਆ, ਸਭ ਲਾਥੀ ਭੂਖ ਤਿਖਾਟ। ਵਿਆਖਿਆ। ਵਾਹਿਗੁਰੂ ਦੇ ਭਜਨ ਨਾਲ ਸਭ ਕਮਾਤੇ ਬਿਕਟ ਪਾਪ ਕਿਲਬਿਖ ਕੱਟੇ ਜਾਂਦੇ ਹਨ। ਗੁਰਪੂਰੇ ਦੀ ਬਸੀਠੀ ਨਾਲ ਵਾਹਿਗੁਰੂ ਨਾਮ ਹਿਰਦੇ ਅੰਦਰ ਦ੍ਰਿੜ ਕਰਕੇ ਧਾਰਨ ਕੀਤਾ ਹੈ। ਐਸੇ ਗੁਰੂ ਦੇ ਰਾਹ ਵਿੱਚ ਸੀਸ ਵਿਛਾ ਦਈਏ। ਇਸ ਵਿਛੇ ਹੋਏ ਸੀਸ ਉੱਪਰ ਸਤਿਗੁਰੂ ਆਪਣੇ ਚਰਨ ਧਰ ਕੇ ਲੰਘੇ। ਰਹਾਓ। ਜੋ ਜਨ ਵਾਹਿਗੁਰੂ ਦੇ ਘਰ ਦੀ ਬਾਤ ਸੁਣਾਉਣ ਵਾਲਾ ਹੋਵੇ, ਤਿਸ ਜਨ ਵਿਟੋਂ ਆਪਣੇ ਮਨ ਨੂੰ ਕੱਟ ਕੇ ਕੁਰਬਾਨ ਕਰ ਦੇਵਾਂ। ਇਹ ਗੁਰਪੂਰਾ ਹੀ ਹੈ ਜੋ ਵਾਹਿਗੁਰੂ ਸੱਜਣ ਨੂੰ ਮੇਲਣ ਲਈ ਸਮਰੱਥ ਹੈ। ਗੁਰ ਬਚਨ ਦੀ ਪ੍ਰਾਪਤੀ ਲਈ ਗੁਰੂ ਦੇ ਹੀ ਬਣ ਰਹੀਏ। ਗੁਰੂ ਬਚਨ ਦੀ ਖਾਤਰ ਹੱਟੀ ਵਿਕਿਆ ਜਾਵੇ ਤਾਂ ਵੀ ਥੋੜਾ ਹੈ। ਸੂਰਜ ਦੇ ਮਕਰ ਰਾਸ ਵਿੱਚ ਜਾਣ ਵੇਲੇ ਮਾਘ ਮਹੀਨੇ ਪ੍ਰਾਗ ਰਾਜ ਤੀਰਥ ਤੇ ਜਾ ਕੇ ਦਾਨ ਕੀਤਾ, ਜਾਂ ਕਾਂਸ਼ੀ ਜਾ ਕੇ ਸਰੀਰ ਨੂੰ ਕਲਵੱਤਰ ਆਰੇ ਨਾਲ ਅੱਧ ਵਿੱਚੋਂ ਚਿਰਾ ਦਿੱਤਾ, ਇਹ ਕਰਮ ਸਭ ਬਿਰਥੇ ਅਤੇ ਪਖੰਡ ਰੂਪ ਹੀ ਹਨ। ਵਾਹਿਗੁਰੂ ਦੇ ਨਾਮ ਬਿਨਾਂ ਕਿਸੇ ਨੂੰ ਵੀ ਮੁਕਤੀ ਨਹੀਂ ਮਿਲਦੀ। ਭਾਵੇਂ ਸਰੀਰ ਕੱਟ ਕੇ ਸਰੀਰ ਦੇ ਬਰਾਬਰ ਸੋਨਾ ਵੀ ਤਕੜੀ ਚੜਾ ਕੇ ਤੋਲ ਕੇ ਦਾਨ ਕਰ ਦਿੱਤਾ ਜਾਵੇ। ਗੁਰਮਤ ਸਿਫਤ ਸਲਾਹੀ ਹਰ ਕੀਰਤਨ ਗਾਏ ਤਾਂ ਦਸਮ ਦੁਆਰ ਦੇ ਕਪਾਟ ਖੁੱਲ ਜਾਂਦੇ ਹਨ। ਹਠ ਯੋਗ ਦੁਆਰਾ ਤ੍ਰਿਕੁਟੀ ਖੋਲਣ ਦੀਆਂ ਬਿਕਟ ਕੋਸ਼ਿਸ਼ਾਂ ਕਰਕੇ ਜੋ ਟੱਕਰਾਂ ਮਾਰਦੇ ਹਨ, ਉਹ ਤ੍ਰਿਕੁਟੀ ਹਰ ਕੀਰਤਨ ਕਲਾ ਦੁਆਰਾ ਗੁਰਮੁਖਾਂ ਦੀ ਸਹਿਜੇ ਹੀ ਖੁੱਲ ਜਾਂਦੀ ਹੈ ਅਤੇ ਸਾਰੇ ਅਗਿਆਨ ਅੰਧਾਰੇ ਵਾਲੇ ਭਰਮ ਭਉ ਭੱਜ ਜਾਂਦੇ ਹਨ ਅਤੇ ਲੋਕ ਲਾਜ ਰੂਪੀ ਕੱਚੀ ਮਿੱਟੀ ਦੀ ਮਟਕੀ ਵੀ ਆਪੇ ਹੀ ਫੁੱਟ ਜਾਂਦੀ ਹੈ। ਇਸ ਕਲਯੁਗ ਦੇ ਸਮੇਂ ਅੰਦਰ ਜਿਸ ਵਡਭਾਗੇ ਜਨ ਨੇ ਗੁਰਪੂਰਾ ਭੇਟਿਆ ਹੈ, ਤਿਸ ਜਨ ਦੇ ਮੱਥੇ ਉੱਤੇ ਚੰਗੇ ਲੇਖ ਲਿਖੇ ਸਮਝੋ। ਜਿਨ੍ਹਾਂ ਗੁਰੂ ਨਾਨਕ ਦੇ ਗੁਰਮੁਖ ਜਨਾਂ ਨੇ ਅੰਮ੍ਰਿਤ ਰਸ ਪੀਤਾ ਹੈ, ਤਿਨਾਂ ਦੀਆਂ ਸਭ ਭੁੱਖਾਂ ਪਿਆਸਾਂ ਮਿਟ ਗਈਆਂ ਹਨ। ਅਗਲਾ ਗੁਰਪਰਮਾਣ ਵੀ ਇਹੋ ਸਿੱਧ ਕਰਦਾ ਹੈ ਕਿ ਸਾਰੇ ਕਰਮਾਂ ਧਰਮਾਂ ਤੋਂ ਉੱਤੇ ਸਿਮਰਨਮਈ ਸਿਫਤ ਸਲਾਹੀ ਗੁਰਮਤ ਨਾਮ ਅਭਿਆਸ ਕਰਮ ਹੀ ਹੈ। ਯਥਾ ਗੁਰਵਾਕ। ਬਸੰਤ ਮਹੱਲਾ ਪੰਜਵਾਂ। ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਅਰਾਧੇ ਜਮ ਕਿਛ ਨ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਰਾਮ ਰਾਮ ਬੋਲ ਰਾਮ ਰਾਮ, त्यागो मन के सगल काम। रहाओ। जिसके तारे तरण आकाश, घट घट जिसका है प्रगास, जिस सिमरत पतित पुनीत होए, अंत काल फिर ना रोए। सगल धर्म में उत्तम धर्म, कर्म करतूत के ऊपर कर्म, जिसको चाहें सुर नर देव, संत सभा की लगो सेव। आद पुरख जिस किया दान, तिसको मिलया हर निधान, तिसकी गतमित कही न जाए, नानक जन हर हर ध्याए। व्याख्या। जिस नाम दे मुखों बोले ते मुख पवित्र हुंदा है, जिस नाम दे सिमरे ते शोभा निर्मल हुंदी है, जिस नाम दे आराधे ते जम कुछ नहीं कह सकदा, जिस दी सिमरन रूपी सेवा कीते सब कुछ लभदा है, ऐसे वाहिगुरु दा नाम मुखों हर वक्त
ਸਵਾਸ ਸਵਾਸ ਉਚਾਰੀ ਜਾਣਾ ਹੀ ਪਰਮ ਉੱਤਮ ਹੈ। ਗੁਰਮਤਿ ਨਾਮ ਸਿਮਰਨ ਤੋਂ ਬਿਨਾ ਮਨ ਦੇ ਹੋਰ ਸਭ ਮਨੋਰਥੀ ਫੁਰਨੇ ਤਿਆਗ ਦੇਵੋ। ਰਹਾਓ। ਜਿਸ ਵਾਹਿਗੁਰੂ ਨੇ ਧਰਤੀ ਤੇ ਆਕਾਸ਼ ਧਾਰੇ ਹੋਏ ਹਨ, ਜਿਸ ਵਾਹਿਗੁਰੂ ਦਾ ਪ੍ਰਕਾਸ਼ ਚਾਨਣਾ ਘਟ ਘਟ ਦੇ ਅੰਦਰ ਹੈ, ਜਿਸ ਨੂੰ ਸਿਮਰਿਆਂ ਪਤਿ ਤੋਂ ਪੁਨੀਤ ਹੋ ਜਾਈਦਾ ਹੈ, ਅੰਤਕਾਲ ਸਮੇਂ ਅਤੇ ਮੁੜ ਮੁੜ ਦੁਖੀ ਨਹੀਂ ਹੋਈਦਾ, ਨਾ ਹੀ ਜੂਨੀ ਪਈਦਾ ਹੈ, ਨਾ ਹੀ ਮੁੜ ਮੁੜ ਰੋਣ ਪਛੋਤਾਉਣ ਦੇ ਅਵਸਰ ਆਉਂਦੇ ਹਨ। ਸਾਰਿਆਂ ਧਰਮਾਂ ਤੋਂ ਉੱਤਮ ਧਰਮ ਅਤੇ ਸਾਰਿਆਂ ਕਰਮਾਂ ਕਰਤੂਤਾਂ ਸਿਰ ਉੱਪਰ ਕਰਮ, ਇਹੀ ਗੁਰਮਤਿ ਨਾਮ ਅਭਿਆਸ ਹੈ। ਸੁਰ ਨਰ ਦੇਵ ਸਗਲੇ ਹੀ ਵਾਹਿਗੁਰੂ ਦਾ ਦਰਸ਼ਨ ਚਾਹੁੰਦੇ ਹਨ। ਉਹ ਵਾਹਿਗੁਰੂ ਗੁਰੂ ਘਰ ਦੀ ਸਾਧ ਸੰਗਤ ਦੀ ਸੇਵਾ ਵਿਖੇ ਲੱਗਿਆਂ ਸਿਮਰਨ ਦੁਆਰਾ ਮਿਲਦਾ ਹੈ। ਆਦਿ ਪੁਰਖ ਕਾਰਨ ਕਰਤਾਰ ਨੇ ਜਿਸ ਨੂੰ ਦਾਨ ਕੀਤਾ ਹੈ, ਤਿਸ ਨੂੰ ਵਾਹਿਗੁਰੂ ਨਾਮ ਰੂਪੀ ਨਿਧਾਨ ਪ੍ਰਾਪਤ ਹੁੰਦਾ ਹੈ। ਇਸ ਗੁਰਮਤਿ ਨਾਮ ਵਾਹਿਗੁਰੂ ਦੇ ਸਿਮਰਨ ਦੀ ਉੱਚੀ ਅਵਸਥਾ ਅਤੇ ਡੂੰਘਾਈ ਦੀ ਗਿਣਤੀ ਮਿਣਤੀ ਕੀਤੀ ਨਹੀਂ ਜਾਂਦੀ। ਬਸ ਗਿਣਤੀਆਂ ਮਿਣਤੀਆਂ ਕਰਨ ਦੀ ਹੀ ਕੋਈ ਲੋੜ ਨਹੀਂ। ਕੇਵਲ ਵਾਹਿਗੁਰੂ ਨਾਮ ਹੀ ਸਵਾਸ ਸਵਾਸ ਉਚਾਰੀ ਜਾਣਾ ਚਾਹੀਦਾ ਹੈ। ਬਸ ਇਦੋਂ ਉੱਪਰ ਹੋਰ ਕੋਈ ਕਰਮ ਨਹੀਂ। ਸਭ ਕਰਮਾਂ ਤੋਂ ਸ੍ਰੇਸ਼ਟ ਕਰਮ ਇਹੀ ਕਰਮ ਹੈ। ਸਾਰੰਗ ਮਹੱਲਾ ਪੰਜਵਾਂ। ਕੰਚਨਾ ਬਹੁ ਦਤ ਕਰਾ, ਭੂਮ ਦਾਨ ਅਰਪ ਧਰਾ, ਮਨ ਅਨਿਕ ਸੋਚ ਪਵਿੱਤਰ ਕਰਤ, ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ। ਰਹਾਓ। ਚਾਰ ਬੇਦ ਜਿਹਵ ਭਨੇ, 10 ਅਸ਼ਟ ਖਸ਼ਟ ਸ਼੍ਰਵਣ ਸੁਨੇ, ਨਹੀਂ ਤੁਲ ਗੋਬਿੰਦ ਨਾਮ ਧੁਨੇ, ਮਨ ਚਰਨ ਕਮਲ ਲਾਗੇ। ਬਰਤ ਸੰਧ ਸੋਚ ਚਾਰ, ਕਿਰਿਆ ਕੁੰਟ ਨਿਰਾਹਾਰ, ਅਪਰਸ ਕਰਤ ਪਾਕ ਸਾਰ, ਨਿਵਲੀ ਕਰਮ ਬਹੁ ਵਿਸਥਾਰ, ਧੂਪ ਦੀਪ ਕਰਤੇ ਹਰ ਨਾਮ ਤੁਲ ਨ ਲਾਗੇ। ਰਾਮ ਦਇਆਰ ਸੁਨ ਦੀਨ ਬੇਨਤੀ, ਦੇਹੁ ਦਰਸ ਨੈਣ ਪੇਖੋਂ, ਜਨ ਨਾਨਕ ਨਾਮ ਮਿਸ਼ਟ ਲਾਗੇ। ਵਿਆਖਿਆ। ਕੋਈ ਆਨਮਤ ਕਰਮੀ ਧਰਮੀ ਬੰਦਾ ਬਹੁਤ ਸੋਨਾ ਅਰਪਣ ਕਰਨ ਵਾਲਾ ਦਾਨ ਦਾਤਾਰੀ ਹੋ ਜਾਵੇ, ਸਾਰੀ ਆਪਣੀ ਜ਼ਮੀਨ ਜਾਇਦਾਦ ਨੂੰ ਵੀ ਪੁੰਨ ਦਾਨ ਵਿੱਚ ਮਣਸ ਦੇਵੇ ਅਤੇ ਬਹੁ ਪ੍ਰਕਾਰੀ ਸੁਚਮਤਾ ਪਵਿੱਤਰਤਾ ਧਾਰਨ ਕਰੇ, ਫਿਰ ਵੀ ਉਸ ਦਾ ਇਤਨਾ ਵੱਡਾ ਬਾਹਲਾ ਕਿਰਿਆ ਕਰਮ ਨਾਮ ਅਭਿਆਸ ਦੇ ਤੁਲ ਨਹੀਂ ਪੁੱਜਦਾ। ਗੁਰਮੁਖ ਜਨ ਗੁਰਮਤਿ ਨਾਮ ਜਪ ਕੇ ਵਾਹਿਗੁਰੂ ਦੇ ਚਰਨਾਂ ਨਾਲ ਰੰਗੀਜ ਕੇ ਨਿਰਮਲ ਹੁੰਦੇ ਹਨ। ਇਹ ਗੁਰਮਤਿ ਕਰਮ ਸਮੂਹ ਕਰਮਾਂ ਨਾਲੋਂ ਸ੍ਰੇਸ਼ਟ ਅਤੇ ਸਰਬੋਤਮ ਹੈ। ਰਹਾਓ। ਭਾਵੇਂ ਕੋਈ ਆਨਮਤ ਕਰਮ ਕਾਂਡੀ ਪੁਰਸ਼ ਚਾਰੇ ਬੇਦ ਕੰਠਾਗਰ ਕਰਕੇ ਮੂੰਹ ਜ਼ਬਾਨੀ ਰਸਨਾ ਨਾਲ ਰਟਣ ਕਰੇ, 18 ਪੁਰਾਣ ਤੇ 6 ਸ਼ਾਸਤਰ ਆਪਣੀ ਕੰਨੀ ਸੁਣੇ, ਤਾਂ ਵੀ ਉਹ ਗੋਬਿੰਦ ਨਾਮ ਦੀ ਇੱਕ ਬਾਰ ਉਚਾਰਨੀ ਧੁਨੀ ਦੇ ਬਰਾਬਰ ਨਹੀਂ, ਕਿਉਂਕਿ ਨਾਮ ਉਚਾਰਨ ਮਈ ਹੀ ਇੱਕੋ ਇੰਨਾ ਸ੍ਰੇਸ਼ਟ ਅਤੇ ਸਰਬੋਤਮ ਕਰਮ ਹੈ, ਜਿਸ ਕਰਕੇ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਲਿਵ ਲੱਗ ਜਾਂਦੀ ਹੈ। ਉਹੀ ਕਰਮ ਸਭ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ, ਜਿਸ ਨਾਲ ਅਕਾਲ ਪੁਰਖ ਦੇ ਚਰਨਾਂ ਕਮਲਾਂ ਨਾਲ ਲਿਵ ਤਾਰ ਲੱਗ ਜਾਵੇ। ਧਰਤੀ ਦੀਆਂ 4 ਕੁੰਟਾਂ ਦੀ ਨਿਰਆਹਾਰ ਹੋ ਕੇ ਪਰਕਰਮਾ ਕਰੇ, ਪਕਵਾਨ ਨੂੰ ਆਪ ਪਕਾ ਕੇ ਖਾਏ, ਕਿਸੇ ਦਾ ਹੱਥ ਨਾ ਛੁਹਾਏ, ਅਛੂਤ ਕਿਰਿਆ ਵਾਲੀ ਰਸੋਈ ਆਪ ਆਪਣੇ ਹੱਥੀਂ ਕਰਕੇ ਖਾਏ, ਕਿਸੇ ਦਾ ਹੱਥ ਨਾ ਲੱਗਣ ਦੇਵੇ, ਸਭ ਤੋਂ ਅਛੂਤ ਰਹੇ, ਨਿਉਲੀ ਕਰਮ ਆਦਿ ਦਾ ਬਹੁਤ ਹੀ ਵਿਸਥਾਰ ਵਾਲਾ ਬਾਹਲਾ ਅਡੰਬਰ ਰਚੇ, ਧੂਪ ਧੁਖਾ ਕੇ ਅਤੇ ਦੀਵੇ ਜਗਾ ਕੇ ਠਾਕੁਰਾਂ ਪੱਥਰਾਂ ਦੀ ਪੂਜਾ ਕਰੇ, ਮਨ ਮੰਨੇ ਦੇਵਤਿਆਂ ਦੀ ਮਨ ਮੰਨੀ ਅਰਚਾ ਪੂਜਾ ਕਰੇ, ਤਾਂ ਵੀ ਇਤਨੀਆਂ ਕਰਮਕਾਂਡੀ ਕਿਰਿਆਵਾਂ ਨਾਮ ਦੇ ਬਰਾਬਰ ਪੂਰੀਆਂ ਨਹੀਂ ਉਤਰਦੀਆਂ। ਨਾਮ ਜਪਦਾ ਹੋਇਆ ਦੀਨ ਦਇਆਲ ਹਾਜ਼ਰ ਨਾਜ਼ਰ ਕਰਤਾਰ ਦੇ ਸਨਮੁਖ ਨਾਮ ਜਪਣ ਦੀਆਂ ਦਰਸ਼ਨ ਦੇਖ ਕੇ ਵੀ ਨਾਮ ਜਪੀ ਜਾਣ ਦੀਆਂ ਬੇਨਤੀਆਂ ਕਰਦਾ ਰਹੇ, ਉਸ ਨੂੰ ਅਵਸ਼ ਦਰਸ਼ਨ ਹੋ ਜਾਂਦੇ ਹਨ। ਇਸੇ ਕਰਕੇ ਨਾਮ ਅਭਿਆਸ ਕਰਮ ਸਭਨਾ ਕਰਮਾਂ ਤੋਂ ਸਰਬੋਤਮ ਕਰਮ ਹੈ। ਨਾਮ ਦਾ ਜਾਪ ਹੀ ਆਪਣੇ ਸਵੈ ਸਰੂਪ ਵਿੱਚ ਅਰਦਾਸ ਰੂਪ ਹੈ। ਜਿਉਂ-ਜਿਉਂ ਉੱਤਮ ਜਗਿਆਸੂ ਨਾਮ ਜਪਦਾ ਹੈ, ਤਿਉਂ-ਤਿਉਂ ਨਾਮ ਵਿੱਚ ਲਿਵ ਜੁੜਦੀ ਜਾਂਦੀ ਹੈ ਅਤੇ ਵਾਹਿਗੁਰੂ ਦਰਸ਼ਨ ਦਾ ਜੋਤ ਪ੍ਰਤਿਬਿੰਬੀ ਜਲਵਾ ਘਟ ਅੰਤਰ ਪਸਰਨਾ ਆਰੰਭ ਹੋ ਜਾਂਦਾ ਹੈ ਅਤੇ ਨਾਮ ਰਸ ਦੀ ਮਿਠਾਸ
ਉਤਰਨੀ ਆਰੰਭ ਹੋ ਜਾਂਦੀ ਹੈ। ਰਸ ਅੰਮ੍ਰਿਤ ਧਾਰਾ ਘਟ ਅੰਤਰ ਚੋਣ ਲੱਗ ਪੈਂਦਾ ਹੈ। ਨਾਲੋਂ ਨਾਲ ਜੋਤ ਵਿਗਾਸੀ ਦਰਸ਼ਨਾਂ ਦੀ ਝੁਨਕਾਰ ਸਰਸ਼ਾਰ ਹੁੰਦੀ ਰਹਿੰਦੀ ਹੈ। ਇਹ ਇੱਕ ਅਜਬ ਅਜਾਇਬੀ ਰੰਗਲੀ ਆਤਮ ਖੇਡ ਹੈ। ਇਸ ਦੇ ਚੋਜ ਵਿਡਾਣ ਨੂੰ ਸੋਈ ਜਾਣ ਸਕਦਾ ਹੈ ਜਿਸ ਉੱਤੇ ਇਹ ਹਾਲਤ ਵਾਪਰੀ ਹੋਈ ਹੋਵੇ। ਪਾਰਸ ਕਲਾ ਵਰਤਣ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਨਾਮ ਮਿੱਠਾ ਹੋਣ ਲੱਗ ਪੈਂਦਾ ਹੈ, ਜਿਸ ਰਸ ਮਿਠਾਸ ਦਾ ਅੰਮ੍ਰਿਤ ਸਵਾਦ ਹੁੰਦਾ ਹੈ, ਜੋ ਬਿਸਮਾਦ ਰੰਗ ਵਿੱਚ ਲੀਨ ਕਰ ਲੈਂਦਾ ਹੈ। ਕਰਮ ਧਰਮ ਪ੍ਰਭ ਮੇਰਾ ਕੀਏ, ਨਾਮ ਵਡਾਈ ਸਿਰ ਕਰਮਾਂ ਦੀਏ। ਪ੍ਰਭਾਤੀ ਮਹਲਾ ਪਹਿਲਾ। ਸਪਸ਼ਟ ਹੈ ਕਿ ਸਾਰੇ ਕਰਮਾਂ ਸਿਰ ਨਾਮ ਰੂਪੀ ਕਰਮ ਦੀ ਵਡਾਈ ਤੇ ਵਡੱਪਣ ਹੈ। ਸਰਬੋਤਮ ਕਰਮ ਨਾਮ ਅਭਿਆਸ ਕਮਾਈ ਹੀ ਹੈ। ਇਸ ਸਿਧਾਂਤ ਵਿੱਚ ਹੁਣ ਰੰਚਕ ਸੰਦੇਹ ਨਹੀਂ ਰਿਹਾ।